ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ। ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ, ਤਿਸ ਕੈ ਸੰਗ ਸਿਖ ਉਧਰੈ, ਨਾਨਕ ਹਰ ਗੁਣ ਗਾਓ। ਸਤਿਗੁਰ ਨੇ ਇਸ ਅਸ਼ਟਪਦੀ ਅੰਦਰ ਗੁਰੂ ਦੀ ਪਛਾਣ ਸਾਨੂੰ ਬਖਸ਼ੀ ਹੈ। ਦੂਸਰਾ, ਗੁਰੂ ਦੀ ਮਹਾਨਤਾ ਕੀ ਹੈ। ਤੀਸਰਾ, ਜਿਸ ਜੀਵਨ 'ਚ ਗੁਰੂ ਦੀ ਕਲਾ ਵਰਤਦੀ ਹੈ ਉਸ ਨੂੰ ਕਿਤਨੀਆਂ ਵਡਿਆਈਆਂ ਜੀਵਨ ਦੇ ਵਿੱਚ ਪ੍ਰਾਪਤ ਹੁੰਦੀਆਂ ਨੇ। ਭਾਵੇਂ ਕਿ ਗੁਰਬਾਣੀ ਅੰਦਰ ਇਹ ਗੱਲ ਪ੍ਰਤੱਖ ਬਾਰ-ਬਾਰ ਬਿਆਨ ਕੀਤੀ ਹੈ ਕਿ ਅਕਾਲ ਪੁਰਖ ਘਟ ਘਟ ਵਿੱਚ ਮੌਜੂਦ ਹੈ, ਸਾਰਿਆਂ ਵਿੱਚ ਉਹਦੀ ਜੋਤ ਹੈ। ਪਰ ਗੁਰਦੇਵ ਨੇ ਕਿਹਾ ਵੀ ਮਨੁੱਖ ਕਿਤਨਾ ਵੀ ਸਮਰੱਥ ਹੋ ਜਾਏ ਸੰਸਾਰ ਨੂੰ ਜਾਣਨ ਦੇ ਵਿੱਚ, ਕਿਉਂਕਿ ਸੰਸਾਰ ਨਾਲ ਅਸੀਂ ਸਿੱਧੇ ਜੁੜ ਸਕਦੇ ਹਾਂ। ਪਦਾਰਥਾਂ ਦਾ ਅਨੁਭਵ ਸਾਨੂੰ ਸਿੱਧਾ ਆ ਜਾਂਦਾ ਹੈ। ਕੁਦਰਤੀ ਤੌਰ 'ਤੇ ਸਾਡੇ ਇੰਦਰੇ ਸੰਸਾਰ ਨੂੰ ਸਮਝਦੇ ਵੀ ਨੇ, ਸੰਸਾਰ ਨੂੰ ਮਾਣਦੇ ਵੀ ਨੇ। ਪਰ ਗੁਰਦੇਵ ਕਹਿੰਦੇ ਸਿੱਧੇ ਰੂਪ ਅੰਦਰ ਭਾਵੇਂ ਮਾਲਕ ਸਭਨਾਂ ਵਿੱਚ ਮੌਜੂਦ ਹੈ, ਪਰ ਕੋਈ ਸਿੱਧੇ ਰੂਪ ਅੰਦਰ ਉਹਦੇ ਨਾਲ ਜੁੜ ਨਹੀਂ ਸਕਦਾ। ਤਾਂ ਕਰਕੇ ਸਤਿਗੁਰ ਨੇ ਗੁਰੂ ਦੇ ਬਾਬਤ ਬਾਰ-ਬਾਰ ਬਚਨ ਆਖੇ ਨੇ। ਮਤ ਕੋ ਭਰਮ ਭੁੱਲੈ ਸੰਸਾਰ, ਗੁਰ ਬਿਨ ਕੋਇ ਨਾ ਉਤਰਸ ਪਾਰ। ਗੁਰ ਕਰਤਾ ਗੁਰ ਕਰਨੈ ਜੋਗ, ਗੁਰ ਪਰਮੇਸ਼ਰ ਹੈ ਪੀ ਹੋਗ। ਗੁਰਦੇਵ ਕਹਿੰਦੇ ਮਤਾ ਕੋਈ ਭੁਲੇਖਾ ਹੋਏ ਮਨੁੱਖ ਦੇ ਅੰਦਰ, ਤੇ ਬਾਣੀ 'ਚ ਇਹ ਵੀ ਬਚਨ ਕਹੇ ਨੇ ਮਨੁੱਖ ਸੰਸਾਰਕ ਤੌਰ 'ਤੇ ਕਿੰਨਾ ਵੀ ਜਾਣ ਲਏ, ਪਰਮਾਣੂ ਪਰਜੰਤ ਆਕਾਸ਼ੈ, ਦੀਪ ਲੋ ਸ਼ਿਖੰਡਣੈ। ਗੁਰਦੇਵ ਕਹਿੰਦੇ ਬਹੁਤ ਬਰੀਕ ਬਣ ਜਾਏ, ਕਿੰਨੇ ਗ੍ਰਹਿ ਖੰਡ ਉੱਥੇ ਪਹੁੰਚ ਜਾਏ ਮਨੁੱਖ। ਪਰਮਾਣੂ ਪਰਜੰਤ ਆਕਾਸ਼ੈ, ਦੀਪ ਲੋ ਸ਼ਿਖੰਡਣੈ, ਗਾਛੇਣ ਨੈਣ ਪਰੇਣ, ਨਾਨਕ ਬਿਨਾ ਸਾਧੂ ਨਾ ਸਿੱਧਿਅਤੇ। ਇੱਕ ਥੋੜ੍ਹੇ ਜਿਹੇ ਸਮੇਂ 'ਚ ਮਨੁੱਖ ਭਾਵੇਂ ਕਿਤੇ ਦਾ ਕਿਤੇ ਪਹੁੰਚ ਜਾਏ, ਪਰ ਆਪਣੇ ਤੱਕ ਨਹੀਂ ਪਹੁੰਚ ਸਕਦਾ। ਜਿਹੜਾ ਇਹਦੇ ਬਹੁਤ ਨੇੜੇ ਤੋਂ ਨੇੜੇ ਮਾਲਕ ਵਰਤ ਰਿਹਾ, ਉੱਥੋਂ ਤੱਕ ਇਹ ਨਹੀਂ ਪਹੁੰਚ ਸਕੇਗਾ। ਬਿਨਾਂ ਸਾਧੂ ਨਾ ਸਿੱਧੇ, ਤੇ ਬਿਨਾਂ ਗੁਰੂ ਤੋਂ ਇਹਨੂੰ ਸਿੱਧੀ ਨਹੀਂ ਮਿਲਣੀ। ਬਿਨਾਂ ਗੁਰੂ ਤੋਂ ਆਪਣੇ ਆਪ ਨੂੰ ਪਛਾਣਨ ਦੀ ਸਮਰੱਥਾ ਨਹੀਂ ਮਿਲੇਗੀ। ਅੱਖ ਕਿੰਨਾ ਕੁਝ ਵੇਖਦੀ ਹੈ, ਪਰ ਅੱਖ ਆਪਣੇ ਆਪ ਨੂੰ ਸਿੱਧਾ ਨਹੀਂ ਵੇਖ ਸਕਦੀ ਬਿਨਾਂ ਸ਼ੀਸ਼ੇ ਤੋਂ, ਬਿਨਾਂ ਦਰਪਣ ਤੋਂ। ਇਸ ਤਰ੍ਹਾਂ ਸੰਸਾਰ ਨੂੰ ਜਿੰਨਾ ਮਰਜ਼ੀ ਜਾਣਦੇ ਹਾਂ, ਸਮਝਦੇ ਹਾਂ, ਗੁਰਦੇਵ ਕਹਿੰਦੇ ਉਹ ਆਪਣੇ ਅਸਲ ਸਰੂਪ ਨੂੰ ਜੇ ਮੰਨਣਾ ਉਹ ਫਿਰ ਬਿਨਾਂ ਸਾਧੂ ਨਾ ਸਿੱਧਿਅਤੇ, ਗੁਰੂ ਤੋਂ ਬਿਨਾਂ ਤੈਨੂੰ ਸਿੱਧੀ ਨਹੀਂ ਮਿਲਣੀ। ਤੋ ਸਤਿਗੁਰੂ ਸਾਨੂੰ ਬਖਸ਼ਿਸ਼ ਕਰਦੇ ਨੇ ਇਸ ਅਸ਼ਟਪਦੀ ਅੰਦਰ। ਧੰਨ ਗੁਰੂ ਅਰਜੁਨ ਦੇਵ ਸਾਹਿਬ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਪੁਰਖ ਹੈ ਵਾਹਿਗੁਰੂ ਅਕਾਲ ਪੁਰਖ। ਉਹ ਪੁਰਖ, ਪੁਰਖ ਦਾ ਅਰਥ ਹੈ ਜਿਹੜਾ ਸਰਬ ਵਿਆਪਕ ਹੈ, ਉਹ ਸਤ ਹੈ। ਤੇ ਜਿਹੜਾ ਉਹਨੂੰ ਅਨੁਭਵ ਦੇ ਵਿੱਚ ਜਿਹਨੇ ਲਿਆਂਦਾ ਹੈ, ਸਾਹਿਬ ਕਹਿੰਦੇ ਉਹ ਸਤਿਗੁਰ ਹੈ। ਸਤਿਗੁਰ ਕੀ ਹੈ? ਰੱਬ ਦਾ ਅਨੁਭਵ ਹੈ ਸਤਿਗੁਰੂ। ਆ ਬਾਣੀ ਕੀ ਹੈ? ਪਰਮਾਤਮਾ ਦਾ ਅਨੁਭਵ ਹੈ ਗੁਰੂ ਕੀ ਬਾਣੀ। ਅਕਾਲ ਪੁਰਖ ਦੇ ਨਾਲ ਬਾਤਾਂ ਨੇ ਗੁਰੂ ਕੀ ਬਾਣੀ। ਰੱਬ ਦੇ ਘਰ ਦਾ ਲਾਈਵ ਪ੍ਰਸਾਰਣ ਹੈ ਗੁਰੂ ਕੀ ਬਾਣੀ। ਸਿੱਧਾ ਸਿੱਧਾ ਜਦੋਂ ਕੋਈ ਉਹਦੇ ਨਾਲ ਜੁੜਿਆ, ਫਿਰ ਉੱਥੋਂ ਇਹ ਬੋਲ ਜੀਵਨ 'ਚੋਂ ਅਨੁਭਵ ਪ੍ਰਗਟ ਹੋਇਆ ਹੈ ਜਿਹੜਾ ਸਤਿਗੁਰਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ। ਤੋ ਸਤਿਗੁਰੂ ਅਕਾਲ ਪੁਰਖ ਦਾ ਅਨੁਭਵ ਹੈ। ਤੋ ਸਾਹਿਬ ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਗੁਰੂ
ਜਿਹਨੇ ਸਤਿਪੁਰਖ ਨੂੰ ਅਨੁਭਵ ਦੇ ਵਿੱਚ ਲਿਆਂਦਾ ਹੈ, ਤਾਂ ਹੀ ਤੇ ਸਤਿਗੁਰੂ ਬੋਲੇ, ਤਾਂ ਹੀ ਤੇ ਸਤਿਗੁਰਾਂ ਨੇ ਮਾਨਵਤਾ ਦੀ ਝੋਲੀ 'ਚ ਬੜਾ ਕੁਝ ਪਾਇਆ ਹੈ। ਕਿਉਂਕਿ ਰੱਬ ਦੇ ਘਰ ਦੀ ਵਡਿਆਈ ਹੈ, ਉਹਦੇ ਘਰ ਦੀ ਚੀਜ਼ ਅਸੀਂ ਇਕੱਲੀ ਨਹੀਂ ਵਰਤ ਸਕਦੇ। ਕੋਈ ਵੀ ਸੰਸਾਰ ਦਾ ਤੇ ਹੁੰਦਾ ਹੈ ਵੀ ਧਨ ਮੈਂ ਇਕੱਲਾ ਵਰਤ ਲਵਾਂ, ਇਹ ਘਰ ਮੇਰਾ ਹੀ ਹੈ। ਪਰ ਜਿਹੜੀਆਂ ਉਸ ਘਰ ਦੀਆਂ ਅਧਿਆਤਮਕ ਦਾਤਾਂ ਨੇ, ਉਹ ਸਾਂਝੇ ਰੂਪ ਅੰਦਰ ਵਰਤਣੀਆਂ। ਜਿੱਥੇ ਬਾਬਾ ਪੈਦਾ ਸੱਚਖੰਡ ਨੌ ਨਿਧ ਨਾਮ ਗਰੀਬੀ ਪਾਈ, ਗੁਰੂ ਨਾਨਕ ਸਾਹਿਬ ਨੇ ਮਾਲਕ ਦੇ ਦਰ ਘਰ ਤੋਂ ਨਿਮਰਤਾ ਗਰੀਬੀ ਨਾਮ ਦਾਤ ਲਈ, ਤੇ ਸਾਹਿਬ ਨੇ ਕਿਹਾ ਚੱਲ ਭਾਈ ਮਰਦਾਨਿਆਂ, ਦੁਨੀਆ ਨਾਲ ਸਾਂਝ ਬਣਾਉਂਦੇ ਹਾਂ। ਗੁਰੂ ਨਾਨਕ ਤੁਰ ਪਏ ਜਗ ਦੇ ਉਧਾਰ ਵਾਸਤੇ। ਮਾਲਕ ਦੇ ਦਰ ਘਰ ਦੀ ਉਹ ਅਧਿਆਤਮਕ ਦਾਤ ਵੰਡਣੀ ਪੈਂਦੀ ਹੈ। ਤਾਂ ਹੀ ਭਗਤ ਕਿੱਥੇ ਪੈਦਾ ਹੋਏ ਤੇ ਕਿੱਥੋਂ ਤੱਕ ਗਏ ਨੇ, ਕਿੱਥੇ ਪਾਕਪਟਨ, ਕਿੱਥੇ ਦਿੱਲੀ ਬਾਬਾ ਫਰੀਦ ਜੀ, ਕਿੱਥੇ ਮਹਾਰਾਸ਼ਟਰ ਤੇ ਕਿੱਥੇ ਪੰਜਾਬ ਭਗਤ ਨਾਮਦੇਵ ਜੀ। ਰੱਬ ਦੇ ਪਿਆਰਿਆਂ ਨੇ ਉਹ ਸਾਂਝਾ ਕੀਤਾ ਹੈ। ਕਿਉਂਕਿ ਸੰਸਾਰ ਦਾ ਧਨ, ਤਾਂ ਹੀ ਬਾਣੀ ਨੇ ਇਹਨੂੰ ਕੱਚਾ ਧਨ ਕਿਹਾ ਹੈ। ਜਿਹੜੀ ਚੀਜ਼ ਵੰਡਿਆਂ ਘਟ ਜਾਂਦੀ ਉਹ ਕੱਚੀ ਹੁੰਦੀ ਹੈ, ਕੁਝ ਵੀ ਹੋਏ। ਤੇ ਜੋ ਚੀਜ਼ ਵੰਡਿਆਂ ਮੁੱਕਦੀ ਨਹੀਂ, ਉਹ ਸਾਚਾ ਧਨ ਹੈ। ਉਹਦੇ ਗਵਾਚਣ ਦੀ, ਉਹਦੇ ਘਟਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਤੂੰ ਉਹਨੂੰ ਸਾਚਾ ਧਨ ਆਖਿਆ, ਤੇ ਰੱਬ ਦੇ ਪਿਆਰਿਆਂ ਨੇ ਫਿਰ ਉਹ ਵੰਡਿਆ ਜਿਹੜਾ ਸਾਚਾ ਧਨ ਹੈ। ਰੱਬੀ ਨਾਮ, ਉਹਦੀ ਸੋਹਬਤ, ਉਹਦੀਆਂ ਵਡਿਆਈਆਂ, ਉਹਦੇ ਗੁਣ ਸਾਰੀ ਮਾਨਵਤਾ ਦੇ ਨਾਲ ਸਾਂਝੇ ਕੀਤੇ। ਤੇ ਸੱਚੇ ਗੁਰੂ ਨੂੰ ਘਾਟਾ ਨਹੀਂ ਪੈਂਦਾ। ਤਾਂ ਕਰਕੇ ਸੱਚਾ ਗੁਰੂ ਪੁਕਾਰ ਪੁਕਾਰ ਕੇ ਰੱਬ ਦੇ ਨਾਮ ਦੀ ਦੁਆਈ ਦਿੰਦਾ ਹੈ। ਤੇ ਜਿਹੜੇ ਕੱਚੇ ਨੇ ਉਹ ਫਿਰ ਕੰਨ 'ਚ ਦੱਸਦੇ ਨੇ ਵੀ ਕਿਤੇ ਦੂਜੇ ਨੂੰ ਪਤਾ ਨਾ ਲੱਗ ਜਾਏ, ਫਿਰ ਸਾਡੀ ਦੁਕਾਨਦਾਰੀ ਨਾ ਕਦੇ ਬੰਦ ਹੋ ਜਾਏ, ਫਿਰ ਸਾਡੇ ਕੋਲ ਕਿਸੇ ਨੇ ਆਉਣਾ ਹੀ ਨਹੀਂ। ਇਸ ਵਾਸਤੇ ਕਿਉਂਕਿ ਉਹਨਾਂ ਨੂੰ ਡਰ ਹੈ, ਭੈ ਹੈ। ਪਰ ਸਤਿਗੁਰੂ ਸਾਂਝੇ ਤੌਰ 'ਤੇ ਦਾਤ ਵਰਤਾਉਂਦੇ ਨੇ। ਸਾਹਿਬ ਆਖਦੇ ਨੇ, ਗੁਰੂ ਕੋਲ ਜਿਹੜਾ ਅਨੁਭਵ ਹੈ ਸੱਚ ਮਾਲਕ ਸਤਿਪੁਰਖ ਦਾ, ਉਹ ਅਨੁਭਵ ਗੁਰੂ ਦੂਜੇ ਨੂੰ ਦੇ ਦਿੰਦਾ ਹੈ। ਤਾਂ ਹੀ ਤੇ ਫਰਕ ਬਹੁਤ ਵੱਡਾ ਹੈ ਇੱਕ ਅਧਿਆਪਕ ਦਾ ਤੇ ਇੱਕ ਗੁਰੂ ਦਾ। ਗੁਰੂ ਅਨੁਭਵ ਦਿੰਦਾ ਹੈ, ਜਾਣਕਾਰੀਆਂ ਨਹੀਂ ਦਿੰਦਾ। ਅੱਜ ਦਾ ਹੁਕਮਨਾਮਾ ਹੀ ਤੇ ਸੁਨੇਹਾ ਦਿੰਦਾ ਹੈ ਵੀ ਜਦੋਂ ਵੀ ਰੱਬ ਨਾਲ ਜੁੜਿਓ, ਗੁਰੂ ਨਾਲ ਜੁੜਿਓ, ਜਾਣਕਾਰੀਆਂ ਨਾਲ ਨਾ ਜੁੜਿਓ। ਕਿਆ ਪੜ੍ਹੀਏ, ਕਿਆ ਗੁਣੀਏ, ਕਿਆ ਵੇਦ ਪੁਰਾਨਾ ਸੁਣੀਏ, ਉਹ ਪੜ੍ਹ ਗੁਣ ਕੇ ਜਾਣਕਾਰੀਆਂ ਦੇ ਨਾਲ ਕੁਝ ਨਹੀਂ ਭਲਾ ਹੋਣਾ। ਜਿੰਨਾ ਚਿਰ ਤੱਕ ਇਕੱਲਾ ਤੂੰ ਜਾਣਕਾਰੀ, ਕਿਉਂਕਿ ਨਾ ਗੁਰੂ ਜਾਣਕਾਰੀ ਦਾ ਵਿਸ਼ਾ, ਨਾ ਪਰਮਾਤਮਾ ਜਾਣਕਾਰੀ ਦਾ ਵਿਸ਼ਾ। ਸੰਸਾਰ ਜ਼ਰੂਰ ਜਾਣਕਾਰੀ ਦਾ ਵਿਸ਼ਾ, ਪਦਾਰਥ ਨੂੰ ਜਾਣੋ, ਚੀਜ਼ਾਂ ਨੂੰ ਜਾਣੋ, ਪਰ ਮਾਲਕ ਜਾਣਕਾਰੀ ਦਾ ਵਿਸ਼ਾ ਥੋੜ੍ਹਾ ਹੈ। ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲਿਓ ਸੋਈ। ਇੱਥੇ ਪੜ੍ਹੇ ਸੁਣਨਾ ਕੀ ਹੋਣਾ ਹੈ। ਤੇ ਰੱਬ ਦੇ ਪਿਆਰੇ ਨਹੀਂ ਬਹੁਤੇ ਥਾਵਾਂ 'ਤੇ ਪੜ੍ਹੇ ਵੀ ਆਪਾਂ ਕਹਿ ਸਕੀਏ। ਕੋਈ ਇਤਿਹਾਸਕਾਰ ਨਹੀਂ ਦੱਸਦਾ ਗੁਰੂ ਰਾਮਦਾਸ ਸਾਹਿਬ ਨੂੰ ਕਿੰਨੇ ਪੜ੍ਹਾਇਆ, ਭਾਈ ਜੇਠਾ ਜੀ ਨੂੰ। ਮਾਂ ਨਹੀਂ ਰਹੀ, ਪਿਓ ਨਹੀਂ ਰਿਹਾ, ਰਿਸ਼ਤੇਦਾਰਾਂ ਨੇ ਬੂਹੇ ਬੰਦ ਕਰ ਲਏ। ਕੋਈ ਇਤਿਹਾਸਕਾਰ ਕਿਸੇ ਪਾਂਧੇ ਦਾ ਨਾਮ ਨਹੀਂ ਦੱਸਦਾ। ਪਰ ਜਿੰਨਾ ਅਧਿਆਤਮਕ ਅਨੁਭਵ ਗੁਰੂ ਰਾਮਦਾਸ ਸਾਹਿਬ 'ਚੋਂ ਪ੍ਰਗਟਿਆ ਹੈ, 30 ਰਾਗਾਂ 'ਚ ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਹੈ। 30 ਰਾਗਾਂ 'ਚ 2 ਗੁਰੂ ਸਾਹਿਬਾਨਾਂ ਦੀ ਬਾਣੀ ਹੈ। ਇੱਕ ਗੁਰੂ ਰਾਮਦਾਸ ਸਾਹਿਬ, ਇੱਕ ਗੁਰੂ ਅਰਜੁਨ ਦੇਵ ਸਾਹਿਬ ਜੀ। ਗੁਰੂ ਅਰਜੁਨ ਦੇਵ ਸਾਹਿਬ ਜੀ ਨੇ ਵੀ ਗੁਰੂ ਰਾਮਦਾਸ ਸਾਹਿਬ ਵਾਲੇ ਰਾਗ ਵਰਤੇ ਨੇ, ਆਪਣਾ ਹੋਰ ਕੁਝ ਨਹੀਂ ਐਡ ਕੀਤਾ ਉਹਦੇ 'ਚ। ਤੋ ਕਿੱਥੋਂ ਆਇਆ ਅਨੁਭਵ? ਤੋ ਰੱਬ ਗੁਰੂ ਕੱਲਾ ਜਾਣਕਾਰੀ ਦਾ ਵਿਸ਼ਾ ਨਹੀਂ ਹੈ। ਤੋ ਮੇਰੇ ਸਾਹਿਬ ਜੀ ਨੇ ਬਖਸ਼ਿਸ਼ ਕੀਤੀ ਹੈ, ਗੁਰੂ ਅਨੁਭਵ ਦਿੰਦਾ ਹੈ, ਜਾਣਕਾਰੀਆਂ ਨਹੀਂ। ਕਦੇ ਨਾ ਸਮਝੋ ਵੀ ਮੈਂ ਰੱਬ ਦੀ ਜਾਣਕਾਰੀ ਲੈਣੀ ਹੈ, ਮੈਂ ਗੁਰੂ ਦੀ। ਤਾਂ ਹੀ ਸਿੱਖ ਰਹਿਤ ਮਰਿਆਦਾ 'ਚ ਸਭ ਤੋਂ ਪਹਿਲੋਂ ਡੈਫੀਨੇਸ਼ਨ ਮਿਲਦੀ ਹੈ,
ਸਿੱਖ ਦੀ, ਗੁਰੂ ਦੀ ਨਹੀਂ ਮਿਲਦੀ। ਕਿਉਂਕਿ ਸਿੱਖ ਦੀ ਪਰਿਭਾਸ਼ਾ ਨਿਰਧਾਰਿਤ ਕਰਦੇ ਆਪਾਂ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੋਏ, 10 ਪਾਤਸ਼ਾਹੀਆਂ ਤੇ ਨਿਸ਼ਚਾ, ਖੰਡੇ ਦੀ ਪੌਲ ਦਾ ਨਿਸ਼ਚਾ ਰੱਖਣ ਵਾਲਾ ਹੋਏ। ਸਿੱਖ ਦੀ ਪਰਿਭਾਸ਼ਾ ਹੋ ਸਕਦੀ ਹੈ, ਗੁਰੂ ਦੀ ਨਹੀਂ। ਤਾਂ ਹੀ ਰਹਿਤਨਾਮਿਆਂ 'ਚ, ਰਹਿਤ ਮਰਿਆਦਾ 'ਚ ਸਿੱਖ ਦੀ ਪਰਿਭਾਸ਼ਾ ਬਾਰ-ਬਾਰ ਮਿਲਦੀ ਹੈ, ਪਰ ਗੁਰੂ ਦੀ ਨਹੀਂ ਮਿਲਦੀ। ਗੁਰੂ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ, ਗੁਰੂ ਨੂੰ ਮਾਣਿਆ ਜਾ ਸਕਦਾ ਹੈ। ਅਕਾਲ ਪੁਰਖ ਨੂੰ ਪਰਿਭਾਸ਼ਿਤ ਨਹੀਂ ਕੀਤਾ ਜਾ ਸਕਦਾ। ਰੱਬ ਦੀ ਡੈਫੀਨੇਸ਼ਨ ਜਿਹਨੇ ਬਣਾਈ ਹੈ, ਸਮਝ ਲਓ ਝੂਠ ਹੋਏਗਾ। ਕਿਸੇ ਨੇ ਪਰਮਾਤਮਾ ਦੀ ਆਤਮ ਕਥਾ ਬਣਾਈ ਹੈ, ਬਹੁਤ ਵੱਡਾ ਝੂਠ ਹੋਏਗਾ। ਜਿਹਨੂੰ ਬਾਣੀ ਕਹਿੰਦੀ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਏ। ਦਰੋਗ ਦਾ ਅਰਥ ਹੈ ਉਹ ਧਰਮ ਦੇ ਗ੍ਰੰਥ ਜਿਨ੍ਹਾਂ 'ਚ ਝੂਠ ਲਿਖਿਆ ਹੋਇਆ, ਨਾਮ ਉੱਤੇ ਧਰਮ ਗ੍ਰੰਥ ਲਿਖੇ ਹੈ, ਅੰਦਰ ਕੱਲਾ ਝੂਠ ਹੈ। ਜਿੱਥੇ ਲਿਖਿਆ ਹੋਇਆ ਪਰਮਾਤਮਾ ਦੀ ਆਤਮ ਕਥਾ, ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸਿਆਮ ਮੂਰਤ ਨਾਹੇ। ਉਹ ਤੇ ਖਲਕਤ ਵਿੱਚ ਵਰਦਾ ਹੈ। ਤੋ ਖੈਰ ਸਤਿਗੁਰ ਜੀ ਬਖਸ਼ਿਸ਼ ਕਰਦੇ ਨੇ, ਗੁਰੂ ਕੋਲ ਜੈਸਾ ਅਨੁਭਵ ਹੁੰਦਾ ਹੈ, ਗੁਰੂ ਵੈਸਾ ਅਨੁਭਵ ਜਨਾ ਦਿੰਦਾ ਹੈ। ਇੱਕ ਵਾਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਸੰਗਤ ਆਈ, ਪੁੱਛਿਆ ਸੀ, ਸਤਿਗੁਰੂ ਕਿੰਨੇ ਸਾਨੂੰ ਗੁਰੂ ਮਿਲਦੇ ਨੇ? ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਆਖਿਆ ਸੀ ਵੀ ਗੁਰੂ ਦੀਆਂ 4 ਸ਼੍ਰੇਣੀਆਂ ਨੇ ਵੈਸੇ, ਪਰ ਸਾਹਿਬ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਸਭ ਤੋਂ ਅਪਰੰਪਰ ਪਾਰ ਨੇ। ਉਹਨਾਂ ਨੂੰ ਕਿਸੇ ਸ਼੍ਰੇਣੀ 'ਚ ਨਹੀਂ ਬਣ ਸਕਦੇ, ਪਰ ਫਿਰ ਵੀ ਸਮਝਣ ਵਾਸਤੇ ਸਿੱਖ ਕਹਿਣ ਲੱਗੇ, ਸਤਿਗੁਰੂ ਕਿਹੜੇ? ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ, ਸਭ ਤੋਂ ਪਹਿਲਾਂ ਭ੍ਰਿੰਗੀ ਗੁਰੂ। ਭ੍ਰਿੰਗੀ ਇੱਕ ਕੀੜਾ ਹੁੰਦਾ ਹੈ, ਖਾਸ ਵਿਸ਼ੇਸ਼ ਸ਼੍ਰੇਣੀ ਦੇ ਕੀੜਿਆਂ ਨੂੰ ਆਪਣੀ ਖੁੱਡ ਵਿੱਚ ਲਿਜਾ ਕੇ ਉਹਨਾਂ ਲਾਗੇ ਖਾਸ ਧੁਨ ਅਲਾਪਦਾ ਹੈ, ਅਤੇ ਬਾਅਦ ਵਿੱਚ ਉਹ ਵੀ ਉਹ ਧੁਨ ਅਲਾਪਣ ਲੱਗ ਪੈਂਦੇ ਨੇ। ਸਾਹਿਬ ਕਹਿੰਦੇ ਕਈ ਗੁਰੂ ਹੁੰਦੇ ਨੇ ਖਾਸ ਸ਼੍ਰੇਣੀ ਦੇ, ਉਹ ਖਾਸ ਲੋਕਾਂ ਨੂੰ ਕੋਈ ਗੱਲ ਦੱਸਦੇ ਨੇ, ਬਸ ਬੜੇ ਨਿਰਧਾਰਤ ਜੇ। ਦੂਸਰਾ ਸਾਹਿਬ ਜੀ ਕਹਿੰਦੇ ਹੁੰਦਾ ਹੈ ਪਾਰਸ ਗੁਰੂ। ਜਿਵੇਂ ਪਾਰਸ 8 ਧਾਤਾਂ ਨੂੰ ਸੋਨਾ ਬਣਾ ਦਿੰਦਾ ਹੈ, ਪਰ ਪਾਰਸ ਨਹੀਂ ਬਣਾ ਸਕਦਾ। ਅਤੇ ਕੱਲੀਆਂ 8 ਧਾਤਾਂ ਨੂੰ, ਲੱਕੜ ਨੂੰ ਕਦੇ ਨਹੀਂ ਉਹ ਸੋਨਾ ਬਣਾ ਸਕਦਾ, ਮਿੱਟੀ ਨੂੰ ਨਹੀਂ ਸੋਨਾ ਬਣਾ ਸਕੇਗਾ ਉਹ। ਫਿਰ ਸਾਹਿਬ ਕਹਿੰਦੇ ਚੰਦਨ ਗੁਰੂ ਹੁੰਦਾ ਹੈ। ਚੰਦਨ ਦੂਜੇ ਨੂੰ ਖੁਸ਼ਬੂ ਦੇ ਦਿੰਦਾ ਹੈ, ਪਰ ਆਪਣਾ ਰੂਪ ਨਹੀਂ ਦਿੰਦਾ, ਪਰ ਸਾਰਿਆਂ ਨੂੰ ਨਹੀਂ ਦਿੰਦਾ। ਚੰਦਨ ਵੀ ਖਾਸ ਰੁੱਤ ਵਿੱਚ ਖਾਸ ਰੁੱਖਾਂ ਨੂੰ ਖੁਸ਼ਬੂ ਦਿੰਦਾ ਹੈ, ਵਾਂਸ ਨੂੰ ਨਹੀਂ ਦਿੰਦਾ। ਚੌਥਾ ਸਾਹਿਬ ਕਹਿੰਦੇ ਦੀਪਕ ਗੁਰੂ। ਜਿਵੇਂ ਦੀਵੇ ਤੋਂ ਕਿੰਨੇ ਦੀਵੇ ਬਲ ਜਾਣ, ਦੀਵੇ ਦੀ ਲੋ ਨੂੰ ਕਦੇ ਨਹੀਂ ਫਰਕ ਪੈਂਦਾ। ਇੱਕ ਦੀਵੇ ਤੋਂ ਦੂਸਰਾ ਦੀਵਾ ਬਲ ਗਿਆ, ਉਹਨਾਂ ਦੀ ਲੋ ਦਾ ਕੋਈ ਫਰਕ ਨਹੀਂ ਹੁੰਦਾ। ਜਿਵੇਂ ਇੱਕ ਦੀਵਾ ਆਪਣੀ ਲੋ ਦੂਜੇ ਦੀਵੇ ਨਾਲ ਸਾਂਝੀ ਕਰ ਦਿੰਦਾ, ਉਹਨੂੰ ਘਾਟਾ ਨਹੀਂ ਪੈਂਦਾ। ਸ਼੍ਰੋਮਣੀ ਹੈ ਦੀਪਕ ਗੁਰੂ, ਆਪਣਾ ਅਨੁਭਵ ਦੂਜੇ 'ਚ ਪ੍ਰਵੇਸ਼ ਕਰ ਦਿੱਤਾ, ਆਪਣੇ ਵਰਗਾ ਉਹਨੂੰ ਬਣਾ ਲਿਆ, ਅਤੇ ਆਪਣੇ ਜੀਵਨ ਵਿੱਚ ਵੀ ਉਹ ਪਰਾਕਰਮ, ਉਹ ਕਲਾ ਉਸੇ ਰੂਪ ਅੰਦਰ ਵਰਤਦੀ ਰਹਿੰਦੀ ਹੈ। ਤੋ ਸਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ, ਗੁਰੂ ਹੈ ਹੀ ਇਸੇ ਤਰ੍ਹਾਂ, ਆਪਣਾ ਅਨੁਭਵ ਦੂਜੇ ਨੂੰ ਦੇ ਤਾ। ਬਿਲਕੁਲ ਸਿੱਖ ਨੂੰ ਗੁਰੂ ਵਰਗਾ ਅਨੁਭਵ ਆ ਜਾਂਦਾ ਹੈ, ਬਿਲਕੁਲ। ਪਰ ਹਾਂ, ਜਦੋਂ ਇਹ ਅਨੁਭਵ ਆਉਂਦਾ ਹੈ, ਸਿੱਖ ਇਹ ਨਹੀਂ ਦਾਅਵਾ ਕਰਦਾ ਮੈਂ ਗੁਰੂ ਬਣ ਗਿਆ, ਵੀ ਹੁਣ ਮੇਰੇ ਸਿਰ 'ਤੇ ਚੌਰ ਚਲਾਓ, ਨਹੀਂ। ਉਹ ਰਹਿੰਦਾ ਉਸੇ ਰੂਪ ਅੰਦਰ ਹੈ। ਸਿੱਖ ਗੁਰੂ ਵਰਗਾ ਹੋ ਜਾਂਦਾ ਹੈ, ਪਰ ਸਿੱਖ ਗੁਰੂ ਬਣਨ ਦਾ ਦਾਅਵਾ ਨਹੀਂ ਕਦੇ ਕਰਦਾ। ਜਿਨ੍ਹਾਂ ਨੇ ਦਾਅਵੇ ਕੀਤੇ ਉਹ ਪ੍ਰਵਾਨ ਨਹੀਂ ਹੋਏ ਗੁਰੂ ਦੇ ਦਰ ਘਰ 'ਚ, ਉਹ ਨਹੀਂ ਪ੍ਰਵਾਨ ਹੋਏ। ਹਾਂ, ਸਿੱਖ ਗੁਰੂ ਵਰਗਾ ਹੋ ਜਾਂਦਾ ਹੈ। ਤੂੰ ਪੁੱਛਿਆ ਸੀ ਸਤਿਗੁਰੂ ਗੁਰੂ ਕਲਗੀਧਰ ਨੂੰ
ਵੀ ਤੇਰਾ ਸਿੱਖ ਕੈਸਾ ਹੈ। ਤੇ ਗੁਰੂ ਕਲਗੀਧਰ ਕਹਿਣ ਲੱਗਾ ਫਿਰ ਮੇਰੇ ਵਰਗਾ ਹੀ ਹੋਏਗਾ। ਇਹ ਗੁਰੂ ਦੀ ਕਲਾ ਹੈ, ਉਹ ਅਨੁਭਵ, ਉਹ ਰੂਪ, ਉਹ ਸਰੂਪ। ਤੋ ਸਾਹਿਬ ਕਹਿੰਦੇ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਮ। ਜਿਨੇ ਅਨੁਭਵ ਹੈ ਸਤਿਪੁਰਖ ਦਾ ਜਿੱਥੇ ਪ੍ਰਗਟ ਹੋਏ। ਤੇ ਸਾਹਿਬ ਕਹਿਣ ਲੱਗੇ ਤਿਸ ਕੈ ਸੰਗ ਸਿੱਖ ਉਧਰੈ। ਹੋਰ ਵਡਿਆਈ ਹੈ ਗੁਰੂ ਦੀ। ਨਾਨਕ ਹਰ ਗੁਣ ਗਾਓ। ਐਸੇ ਸਤਿਗੁਰ ਦੇ ਨਾਲ ਸਿੱਖ ਦਾ ਉਧਾਰ ਹੈ, ਉਹ ਵੀ ਉਸੇ ਤਰ੍ਹਾਂ ਦੇ ਗੁਣ ਗਾਉਂਦਾ ਹੈ, ਰੱਬੀ ਯਾਦ ਵਿੱਚ ਜੁੜ ਜਾਂਦਾ ਹੈ। ਗੁਰੂ ਅਨੁਭਵ ਨੂੰ ਮਾਣਦਾ ਵੀ ਹੈ, ਅਨੁਭਵ ਬਖਸ਼ਿਸ਼ ਵੀ ਕਰ ਦਿੰਦਾ ਹੈ। ਤੋ ਜਿਸ ਦੇ ਸੰਗ ਦੇ ਵਿੱਚ ਸਿੱਖ ਦਾ ਪਾਰ ਉਤਾਰ ਹੈ, ਸਿੱਖ ਹਰੀ ਦੇ ਗੁਣ ਗਾਉਂਦਾ ਹੈ। ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਗੁਰੂ ਸਿੱਖ ਦੀ ਪ੍ਰਤਿਪਾਲਨਾ ਕਰਦਾ ਹੈ। ਠੀਕ ਹੈ, ਬਾਹਰੀ ਤੌਰ 'ਤੇ ਮਾਂ ਪਿਓ ਸਾਂਝਾ ਨੇ, ਪਰ ਜਿਹੜੀ ਗੁਰੂ ਦੀ ਪ੍ਰਤਿਪਾਲਨਾ ਹੈ ਬੜੀ ਅੰਦਰੂਨੀ ਹੈ, ਅੰਦਰੂਨੀ ਰੂਪ ਅੰਦਰ। ਮਾਂ ਭੋਜਨ ਦੇ ਦਿੰਦੀ ਹੈ ਸਰੀਰ ਦਾ, ਗੁਰੂ ਨਾਮ ਭੋਜਨ ਦੇ ਦਿੰਦਾ ਹੈ ਆਤਮ ਦਾ। ਮਾਂ ਸਰੀਰ ਨੂੰ ਢੱਕਣ ਦੇ ਵਸਤਰ ਦੇ ਦਿੰਦੀ ਹੈ, ਗੁਰੂ ਪੱਤ ਨੂੰ ਕੱਜਣ ਦਾ ਵਸਤਰ ਦੇ ਦਿੰਦਾ ਹੈ, ਸੇਵਾ ਸਿਮਰਨ ਦਾ। ਤੋ ਮੇਰੇ ਸਾਹਿਬ ਕਹਿੰਦੇ ਗੁਰੂ ਦੀ ਪ੍ਰਤਿਪਾਲਨਾ ਬੜੀ ਮਹਿੰਗੀ ਹੈ, ਬੜੀ ਮਹਾਨ ਹੈ। ਤੇ ਸਤਿਗੁਰ ਸਿੱਖ ਕੀ ਕਰੈ ਪ੍ਰਤਿਪਾਲ। ਗੁਰੂ ਆਪਣੇ ਸਿੱਖ ਦੀ ਪ੍ਰਤਿਪਾਲਨਾ ਕਰਦਾ ਹੈ। ਸੇਵਕ ਕੋ ਗੁਰ ਸਦਾ ਦਿਆਲ। ਆਪਣੇ ਸੇਵਕ ਦੇ ਉੱਤੇ ਗੁਰੂ ਸਦਾ ਦਿਆਲ ਰਹਿੰਦਾ ਹੈ। ਜਿਵੇਂ ਮਾਂ ਦਾ ਧਿਆਨ ਆਪਣੇ ਬੱਚੇ ਵੱਲ ਰਹਿੰਦਾ ਹੈ, ਧੀ ਪੁੱਤ ਵੱਲ, ਉਹਨੂੰ ਪਤਾ ਹੈ ਵੀ ਬੱਚਾ ਹੈ, ਭੁੱਲ ਕਰੇਗਾ। ਇਸੇ ਤਰ੍ਹਾਂ ਗੁਰੂ ਆਪਣੇ ਸੇਵਕ ਦੀ ਪ੍ਰਤਿਪਾਲਨਾ ਕਰਦਾ ਹੈ ਵੀ ਇਹਦੇ ਜੀਵਨ ਵਿੱਚ ਕੋਈ ਘਾਟ ਨਾ ਰਹਿ ਜਾਏ। ਤੋ ਸਾਹਿਬ ਜੀ ਕਹਿੰਦੇ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਕੀ ਕਰਦਾ ਹੈ ਗੁਰੂ? ਗੁਰੂ ਸਿੱਖ ਦੀ ਦੁਰਮਤ, ਦੁਰ ਦਾ ਅਰਥ ਹੈ ਭੈੜੀ, ਭੈੜੀ ਮਤ ਹਿਰ ਲੈਂਦਾ ਹੈ। ਇਹ ਮਾਂ ਕੋਲ ਸਮਰੱਥਾ ਨਹੀਂ ਹੁੰਦੀ, ਇਹ ਪਿਓ ਕੋਲ ਸਮਰੱਥਾ ਨਹੀਂ ਹੁੰਦੀ, ਇਹ ਗੁਰੂ ਕੋਲ ਸਮਰੱਥ ਹੈ। ਗੁਰੂ ਸਾਰਦਾ ਹੈ ਬੜਾ, ਕਿਉਂਕਿ ਮੂਰਤੀ ਐਵੇਂ ਨਹੀਂ ਬਣਦੀ। ਬਹੁਤ ਤੋੜਨਾ ਤਰਛਣਾ ਪੈਂਦਾ ਹੈ ਪੱਥਰ ਨੂੰ, ਬਹੁਤ ਸੰਗ ਤਰਾਸ਼ ਮਿਹਨਤ ਕਰਦਾ ਹੈ, ਫਿਰ ਕਿਤੇ ਜਾ ਕੇ ਉਹਦੇ 'ਚੋਂ ਕੋਈ ਮੂਰਤੀ ਪ੍ਰਗਟ ਹੁੰਦੀ ਹੈ। ਤੇ ਗੁਰੂ ਦੀ ਵੀ ਘਾਲਣਾ ਬਹੁਤ ਵੱਡੀ। ਤੇ ਸਿੱਖ ਵੀ, ਇਹ ਮੁਬਾਰਕ ਹੈ ਗੁਰੂ ਕਾ ਸਿੱਖ ਵੀ ਜਿਹੜਾ ਤਿਆਰ ਹੁੰਦਾ ਹੈ ਉਹਦੇ ਵਾਸਤੇ। ਭਾਈ ਲਾਲੋ ਨੂੰ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਨੇ, ਲਾਲੋ ਕੀ ਕਰਦਾ ਹੈ? ਸਤਿਗੁਰ ਕਿੱਲੇ ਕੱਢਦਾ, ਲੱਕੜ ਦਾ ਕੰਮ ਕਰਦੇ ਸੀ। ਕਿਵੇਂ ਕੱਢਦੇ ਹੋ ਲੱਕੜ ਨੂੰ? ਕਹਿਣ ਲੱਗਾ ਸਤਿਗੁਰ ਜਿੱਦਾਂ ਮੇਰੀ ਮਰਜ਼ੀ ਹੁੰਦੀ ਹੈ। ਲੱਕੜ ਨੂੰ ਸਤਿਗੁਰ ਮੈਂ ਪਾਵਾ ਬਣਾ ਦੇਵਾਂ, ਸੇਰੂ ਬਣਾ ਦੇਵਾਂ, ਬਾਹੀ ਬਣਾ ਦੇਵਾਂ, ਮੇਰੀ ਮਰਜ਼ੀ ਹੈ, ਕਿੱਲਾ ਬਣਾ ਦੇਵਾਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਬਸ ਇਸੇ ਤਰ੍ਹਾਂ ਜਿਵੇਂ ਲੱਕੜ ਤੇ ਤੇਰੀ ਮਰਜ਼ੀ ਚੱਲਦੀ ਹੈ, ਲੱਕੜ ਦੀ ਮਰਜ਼ੀ ਨਹੀਂ ਚੱਲਦੀ, ਤੇ ਤੂੰ ਉਹਨੂੰ ਕਿਸੇ ਪਾਵੇ, ਕਿਸੇ ਮੰਜੀ 'ਚ ਬਦਲ ਦਿੰਦਾ। ਇਸੇ ਤਰ੍ਹਾਂ ਜਿਸ ਜੀਵਨ ਤੇ ਗੁਰੂ ਦੀ ਮਰਜ਼ੀ ਚੱਲੇ। ਅਸੀਂ ਤੇ ਚਾਹੁੰਦੇ ਵੀ ਮਰਜ਼ੀ ਸਾਡੀ ਹੋਏ, ਬਸ ਸਤਿਗੁਰੂ ਬਾਹਰੋਂ ਕੰਮ ਚੱਲਦਾ ਰਹੇ। ਗੁਰੂ ਨਾਨਕ ਸਾਹਿਬ ਨੇ ਕਿਹਾ ਭਾਈ ਲਾਲੋ ਇਸੇ ਤਰ੍ਹਾਂ ਜਿਸ ਜੀਵਨ ਤੇ ਗੁਰੂ ਦੀ ਮਰਜ਼ੀ ਚੱਲੇ, ਫਿਰ ਉਹਦੀ ਘਾੜਤ ਬੜੀ ਸੋਹਣੀ ਹੁੰਦੀ ਹੈ, ਬਹੁਤ ਸੋਹਣਾ ਸਵਾਰਿਆ ਜਾਂਦਾ ਹੈ, ਬੜੀ ਸੋਹਣੀ ਬਣਤਰ ਉਹਦੇ ਜੀਵਨ ਦੀ ਬਣ ਆਉਂਦੀ ਹੈ। ਬਸ ਇਹੀ ਸਾਹਿਬ ਕਹਿੰਦੇ ਭਾਈ ਲਾਲੋ ਨੁਕਤਾ ਹੈ ਜੀਵਨ ਦੇ ਅੰਦਰ। ਜਿਵੇਂ ਲੱਕੜ ਮੁਨਕਰ ਨਹੀਂ ਹੁੰਦੀ ਕਦੇ ਵੀ, ਵੀ ਇੱਥੋਂ ਕੱਟੋ ਘੜੋ, ਇੱਥੋਂ ਕੱਟੋ, ਇੱਥੋਂ ਨਾ ਕੱਟੋ, ਇਸੇ ਤਰ੍ਹਾਂ ਸਿੱਖ ਵੀ ਗੁਰੂ ਕੋਲ ਕਦੇ ਮੁਨਕਰ ਨਹੀਂ ਹੁੰਦਾ। ਜੋ ਕਹਿ ਦਿੱਤਾ ਕਬੂਲ ਕਰ ਲਿਆ ਜੀਵਨ ਅੰਦਰ। ਫਿਰ ਗੁਰੂ ਦੀ ਘਾੜਤ ਬੜੀ ਪਿਆਰੀ ਹੈ। ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਦੁਰਮਤ ਮੱਤ ਹੈ ਜਿਹੜੀ, ਇੰਟਲੈਕਟ ਜਿਹਨੂੰ ਤੁਸੀਂ ਕਹਿੰਦੇ ਹੋ, ਅੰਦਰ ਦੀ ਮੱਤ ਹੈ ਜਿਹੜੀ,
ਉਹ ਸਾਡੀ ਮੱਤ ਹੈ ਤਾਂ ਕਰਕੇ ਦੁਰਮਤ ਹੈ। ਤੇ ਸਾਹਿਬ ਕਹਿੰਦੇ ਉਹ ਹਿਰ ਲਈ ਗੁਰੂ ਨੇ ਕੱਢ ਦਿੱਤੀ, ਕਿਉਂਕਿ ਸਭ ਤੋਂ ਪਹਿਲੋਂ ਗੁਰੂ ਅਗਿਆਨਤਾ ਕੱਢਦਾ, ਗਿਆਨ ਆਪਣੇ ਆਪ ਆ ਜਾਂਦਾ। ਵੇਖੋ ਡਾਕਟਰ ਕੋਲ ਤੁਸੀਂ ਜਾਂਦੇ ਹੋ, ਡਾਕਟਰ ਸਾਡੇ 'ਚ ਤੰਦਰੁਸਤੀ ਨਹੀਂ ਭਰਦਾ, ਡਾਕਟਰ ਅੰਦਰੋਂ ਰੋਗ ਕੱਢਦਾ ਹੈ, ਤੰਦਰੁਸਤੀ ਆਪੇ ਹੀ ਆ ਜਾਂਦੀ ਹੈ। ਇਹ ਨਹੀਂ ਕਿਹਾ ਵੀ ਡਾਕਟਰ ਨੇ ਮੈਂ ਤੇਰੇ 'ਚ ਤੰਦਰੁਸਤੀ ਭਰਨੀ ਹੈ। ਜਦੋਂ ਜ਼ਿੰਦਗੀ 'ਚੋਂ ਰੋਗ ਨਿਕਲ ਗਿਆ, ਤੰਦਰੁਸਤੀ ਆਪੇ ਆ ਜਾਣੀ ਹੈ। ਇਸੇ ਤਰ੍ਹਾਂ ਜਦੋਂ ਜੀਵਨ 'ਚੋਂ ਅਗਿਆਨਤਾ, ਮਾੜੀ ਮੱਤ ਨਿਕਲ ਗਈ, ਗਿਆਨ ਆਪੇ ਵਰਤ ਜਾਣਾ ਹੈ। ਤੇ ਗੁਰੂ ਪਹਿਲੋਂ ਮਾੜੀ ਅਗਿਆਨਤਾ ਨੂੰ ਕੱਢਦਾ ਜੀਵਨ 'ਚੋਂ, ਭਾਂਡੇ ਨੂੰ, ਤਾਂ ਹੀ ਕੋਈ ਚੀਜ਼ ਪਏਗੀ ਭਾਂਡੇ 'ਚ। ਆਪਾਂ ਕਹਿੰਦੇ ਵੀ ਨਹੀਂ ਬਸ ਜਿੱਦਾਂ ਦੇ ਹਾਂ, ਕਮੇਟੀਆਂ ਵਾਲੇ ਲੇਬਲ ਲਾ ਦੇਣਗੇ, ਗੁਰੂ ਨੇ ਥੋੜ੍ਹਾ ਲਾਉਣਾ ਗੁਰਮੁਖ ਦਾ। ਠੀਕ ਹੈ, ਪਰਚੀ ਕਟਾਓ, ਕਮੇਟੀ ਕਹਿ ਦੇਗੀ ਵੀ ਬੜੇ ਮਹਾਨ ਨਿਸ਼ਕਾਮ ਸੇਵਕ, ਗੁਰੂ ਨੇ ਥੋੜ੍ਹਾ ਕਹਿਣਾ। ਗੁਰੂ ਤੇ ਜੀਵਨ ਵੇਖੇਗਾ ਨਾ, ਗੁਰੂ ਤੇ ਅਨੁਭਵ ਵੇਖੇਗਾ ਨਾ। ਗੁਰੂ ਦਾ ਨਜ਼ਰੀਆ ਕੁਛ ਬੜੀ ਬਰੀਕ ਦ੍ਰਿਸ਼ਟੀ ਵਾਲਾ ਹੈ। ਤੋ ਜਿੱਥੇ ਜੀਵਨ ਦੇ ਅੰਦਰ ਜਿਹਨੇ ਕਬੂਲ ਕੀਤਾ, ਜਿਹਨੇ ਆਪਣੀ ਅਗਿਆਨਤਾ ਗੁਰੂ ਰਾਹੀਂ ਕੱਢੀ ਹੈ ਜੀਵਨ 'ਚੋਂ, ਫਿਰ ਗਿਆਨ ਵਰਤਣਾ ਹੈ, ਸਿੱਧਾ ਨਹੀਂ। ਸਿੱਧਾ ਗੁਰੂ ਕਿਸੇ ਨੂੰ ਗਿਆਨ ਨਹੀਂ ਦਿੰਦਾ। ਮੈਂ ਕਹਿੰਦਾ ਜਿਹੜਾ ਗੁਰਦੁਆਰੇ ਆਇਆ ਇਹ ਨਾ ਸਮਝ ਲਿਓ ਗਿਆਨ ਮਿਲ ਜਾਣਾ। ਹਾਂ, ਜਿਹੜਾ ਗੁਰਦੁਆਰੇ ਆਪਾਂ ਆਏ ਹਾਂ, ਸਾਨੂੰ ਆਪਣੀ ਅਗਿਆਨਤਾ ਦਾ ਪਤਾ ਲੱਗ ਜਾਣਾ ਹੈ। ਜਦੋਂ ਅਗਿਆਨਤਾ ਦਾ ਪਤਾ ਲੱਗਿਆ, ਗਿਆਨ ਆਪਣੇ ਆਪ ਵਰਤ ਜਾਣਾ, ਉਹ ਆਪਣੇ ਆਪ ਭਰ ਦੇਣਾ, ਉਹ ਪਤਾ ਹੀ ਨਹੀਂ ਲੱਗਣਾ ਕਦੋਂ ਵਰਤ ਗਿਆ। ਤੇ ਬੜੀ ਵੱਡੀ ਮੁਸ਼ਕਲ ਹੈ ਸਾਡੀ ਜ਼ਿੰਦਗੀ ਦੀ, ਅਸੀਂ ਆਪਣੀ ਅਗਿਆਨਤਾ ਨੂੰ ਗਿਆਨ ਸਮਝਿਆ ਹੋਇਆ, ਤਾਂ ਕਰਕੇ ਜੀਵਨ ਨਹੀਂ ਬਦਲਦਾ। ਨਾਨਕ ਗੁਰੂ ਨਾ ਚੇਤਨੀ, ਮਨ ਆਪਣੇ ਸੁਚੇਤ, ਛੁੱਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ। ਜਿੰਨਾ ਚਿਰ ਤੱਕ ਅਸੀਂ ਆਪਣੀ ਅਗਿਆਨਤਾ ਨੂੰ ਗਿਆਨ ਸਮਝਦੇ ਰਹੇ, ਜੀਵਨ ਨਹੀਂ ਬਦਲਣਾ। ਇਹੀ ਤੇ ਸਾਹਿਬ ਨੇ ਭਾਈ ਮਨ ਜੀ ਨੂੰ ਕਿਹਾ ਸੀ। ਭਾਈ ਮਨ ਜੀ ਆਏ ਸੀ, ਜ਼ਿਮੀਂਦਾਰ ਸੀ, ਚੌਧਰੀ ਸੀ ਪਿੰਡ ਦੇ ਕੰਗ ਮਾਈ ਦੇ। ਸਤਿਗੁਰ ਕੋਲ ਆਏ ਚੌਧਰੀ, ਸਤਿਗੁਰ ਸਿੱਖੀ ਚਾਹੀਦੀ। ਸਾਹਿਬ ਕਹਿੰਦੇ ਨਹੀਂ, ਰੱਖੇਗਾ ਕਿੱਥੇ, ਨਹੀਂ ਮਿਲ ਸਕਦੀ ਸਿੱਖੀ। ਸਿੱਖੀ ਦੇ ਉੱਤੇ ਸਿੱਖੀ ਨਹੀਂ ਟਿਕਦੀ ਕਦੇ ਵੀ। ਗੁਰਦੇਵ ਕਹਿੰਦੇ ਇਸ ਵਾਸਤੇ ਅਜੇ ਨਹੀਂ ਤੇਰੇ ਸਿੱਖੀ ਟਿਕ ਸਕਦੀ, ਅਜੇ ਸਿੱਖਿਆ ਤੂੰ, ਅਜੇ ਘਰ 'ਚ ਕਬਰ ਹੈ ਤੇਰੀ, ਅਜੇ ਵੀਰਵਾਰ ਨੂੰ ਤੁਸੀਂ ਮੱਥੇ ਟੇਕਣੇ ਨੇ, ਅਜੇ ਨਹੀਂ। ਤੇ ਸੱਚ ਜਾਣਿਓ, ਇਹ ਗੁਰੂ ਦੀ ਸਾਖੀ ਦੱਸਦੀ ਹੈ ਵੀ ਪਹਿਲੋਂ ਗੁਰੂ ਖਾਲੀ ਕਰਨਾ ਚਾਹੁੰਦਾ ਸਾਨੂੰ, ਤਾਂ ਹੀ ਗੁਰੂ ਗਿਆਨ ਵਰਤ ਜਾਣਾ ਹੈ। ਡਾਕਟਰ ਰੋਗ ਕੱਢਦਾ ਹੈ ਅੰਦਰੋਂ, ਤੰਦਰੁਸਤੀ ਆਪਣੇ ਆਪ ਵਰਤ ਜਾਂਦੀ ਹੈ। ਤੋ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਗੁਰੂ ਕੀ ਕਰਦਾ ਹੈ, ਸਿੱਖ ਦੀ ਅੰਦਰ ਦੀ ਦੁਰਮਤ, ਅਗਿਆਨਤਾ, ਭੈੜੀ ਮਤ ਹਿਰ ਲੈਂਦਾ ਹੈ। ਜਿਵੇਂ ਇੱਕ ਦੀਵਾ ਹਨੇਰੇ ਨੂੰ ਹਿਰ ਲੈਂਦਾ ਹੈ, ਕੋਈ ਸਮਰੱਥਾ ਨਹੀਂ ਰਹੀ ਹਨੇਰੇ ਦੀ ਦੀਵੇ ਅੱਗੇ। ਗੁਰ ਬਚਨੀ ਹਰ ਨਾਮ ਉਚਰੈ, ਫੇਰ ਕੀ ਹੁੰਦਾ ਹੈ, ਫਿਰ ਗੁਰੂ ਦੇ ਬਚਨਾਂ ਨਾਲ ਸਿੱਖ ਰੱਬੀ ਮਹਿਮਾ ਦੇ ਨਾਲ ਜੁੜਦਾ ਹੈ। ਸਿੱਖ ਦੀ ਰਸਨਾ ਹਰ ਨਾਮ ਉਚਰੈ, ਉਹਦੀ ਵਡਿਆਈ ਕਰਦੀ ਹੈ। ਸਤਿਗੁਰ ਸਿੱਖ ਕੇ ਬੰਧਨ ਕੱਟੈ, ਗੁਰੂ ਸਿੱਖ ਦੇ ਬੰਧਨ ਕੱਟਦਾ, ਜਿਹੜੇ ਸਾਨੂੰ ਦਿਸਦੇ ਨਹੀਂ ਅੱਖਾਂ ਨਾਲ। ਉਹ ਕਾਮ ਦਾ, ਉਹ ਕ੍ਰੋਧ ਦਾ, ਉਹ ਲੋਭ ਦਾ, ਇਹ ਗੁਰੂ ਬੰਧਨ ਕੱਟਦਾ ਜੀਵਨ ਦੇ ਅੰਦਰੋਂ। ਗੁਰ ਕਾ ਸਿੱਖ ਵਿਕਾਰ ਤੇ ਹਟ ਹੈ, ਫਿਰ ਗੁਰੂ ਕਾ ਸਿੱਖ ਵਿਕਾਰਾਂ ਤੋਂ ਹਟ ਜਾਂਦਾ ਹੈ। ਉਹਦੇ ਜੀਵਨ 'ਚ ਵਿਕਾਰ ਨਹੀਂ ਰਹਿ ਜਾਂਦੇ, ਮਲੀਨਤਾ ਨਹੀਂ ਰਹਿ ਜਾਂਦੀ, ਨਾ ਈਰਖਾ ਰਹਿ ਗਈ, ਨਾ ਸਾੜਾ ਰਹਿ ਗਿਆ। ਕੋਈ ਵੀ ਸਾਹਿਬ ਕਹਿੰਦੇ ਕ੍ਰੋਧ, ਵਾਸ਼ਨਾ, ਵਿਕਾਰ ਤੇ ਹਟ ਹੈ, ਸਿੱਖ ਹਟਦਾ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਫਿਰ ਸਤਿਗੁਰ ਆਪਣੇ ਸਿੱਖ ਨੂੰ ਨਾਮ ਧਨ ਦਿੰਦਾ ਹੈ। ਪਹਿਲੋਂ ਭਾਂਡਾ ਧੋਤਾ, ਸੁਕਾਇਆ, ਫਿਰ ਉਹਦੇ 'ਚ ਕੋਈ ਦੁੱਧ, ਕੋਈ ਪਦਾਰਥ ਟਿਕਦਾ। ਫਿਰ ਸਤਿਗੁਰ ਨੇ ਬਖਸ਼ਿਸ਼ ਕੀਤੀ, ਗੁਰ ਕਾ ਸਿੱਖ ਵਡਭਾਗੀ ਹੈ,
ਫਿਰ ਗੁਰੂ ਕਾ ਸਿੱਖ ਬਹੁਤ ਵੱਡੇ ਭਾਗਾਂ ਵਾਲਾ ਹੁੰਦਾ ਹੈ। ਸਤਿਗੁਰ ਸਿੱਖਾ ਹਾਲਤ ਪਲਤ ਸਵਾਰੈ, ਇੱਥੋਂ ਤੱਕ ਹੀ ਨਹੀਂ। ਆਪਾਂ ਕਹਿੰਦੇ ਬੰਦਾ ਸੰਸਾਰ 'ਚੋਂ ਖਾਲੀ ਜਾਂਦਾ ਹੈ, ਜਾਂ ਮੇਰੇ ਵਰਗਾ ਕਈ ਵਾਰ ਕਹਿ ਵੀ ਦਿੰਦਾ ਹੈ, ਬਾਅਦ ਵਿੱਚ ਫਿਰ ਸਮਝ ਆਉਂਦੀ ਮਨਾ ਗੁਰੂ ਬੜਾ ਗਾਤ ਬੋਧ ਹੈ। ਆਪਾਂ ਕਹਿੰਦੇ ਮਰੇ ਨਾਲ ਕੁਝ ਨਹੀਂ ਜਾਂਦਾ, ਮੈਂ ਕਹਿੰਦਾ ਬਾਣੀ ਜਾਂਦੀ ਹੈ ਸੱਚ ਜਾਣਿਓ। ਫਿਰ ਫਰਕ ਕੀ ਹੋ ਗਿਆ ਸੰਸਾਰ ਦਾ ਤੇ ਗੁਰੂ ਦਾ? ਫਿਰ ਕੀ ਫਰਕ ਰਹਿ ਗਿਆ? ਦੁਨੀਆ ਦਾ ਤੇ ਗੁਰੂ ਦਾ ਨਾਮ ਦਾ ਕੀ ਫਰਕ ਰਹਿ ਗਿਆ? ਹਾਂ ਠੀਕ ਹੈ, ਸੰਸਾਰ ਦਾ ਨਾ ਜਾਂਦਾ ਹੋਏ ਸਾਡੇ ਨਾਲ, ਪਰ ਗੁਰੂ ਤੇ ਰੱਬ ਦੇ ਦਰ ਕਰਦਾ ਹੈ ਨਾ, ਉਹਦਾ ਬਹੁਤ ਕੁਝ ਨਾਲ ਤੁਰਦਾ ਜਿਹੜਾ ਗੁਰੂ ਦਾ ਹੁੰਦਾ। ਸੰਸਾਰ ਨਹੀਂ ਤੁਰਿਆ, ਠੀਕ ਹੈ, ਸੰਸਾਰ ਤੇ ਸਰੀਰ ਨਾਲ ਹੀ ਤੁਰੇਗਾ ਨਾ। ਜਿੰਨਾ ਚਿਰ ਤੱਕ ਸਰੀਰ ਹੈ ਸੰਸਾਰ ਹੈ, ਤਨ ਹੈ, ਜਿੰਨਾ ਚਿਰ ਇਹ ਨਹੀਂ ਰਿਹਾ ਸੰਸਾਰ ਦੇ ਸੰਬੰਧ ਟੁੱਟਦੇ ਨੇ, ਗੁਰੂ ਦੇ ਨਹੀਂ ਟੁੱਟਦੇ, ਯਾਦ ਰੱਖਿਓ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਆਖਦੇ ਨੇ, ਸਤਿਗੁਰ ਸਿੱਖਾ ਹਲਤ ਪਲਤ ਸਵਾਰੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੰਵਾਰੈ। ਗੁਰੂ ਆਪਣੇ ਸਿੱਖ ਨੂੰ ਜਿੰਦ ਆਤਮ ਦੇ ਨਾਲ ਸੰਭਾਲਦਾ ਹੈ। ਜਿੱਥੇ ਸੂਖਸ਼ਮ ਸਰੀਰ ਗਿਆ ਗੁਰੂ ਵੀ ਨਾਲ ਵਰਤਦਾ ਹੈ। ਗੁਰੂ ਤੇ ਸਿੱਖ ਦਾ ਸੰਬੰਧ ਕੱਲਾ ਸਰੀਰ ਦਾ ਨਹੀਂ ਹੈ, ਫਿਰ ਤੇ ਸੰਸਾਰੀ ਸੰਬੰਧ ਹੋ ਗਿਆ ਸਾਰਾ। ਸਾਹਿਬ ਕਹਿੰਦੇ ਸਤਿਗੁਰੂ ਆਪਣੇ ਸਿੱਖ ਨੂੰ ਜੀ ਨਾਲ ਆਤਮ ਨਾਲ ਸਾਂਭਦਾ ਹੈ, ਉਹਦੀ ਪ੍ਰਤਪਾਲਨਾ ਕਰਦਾ ਹੈ, ਲੋਕ 'ਚ ਵੀ ਪਰਲੋਕ ਦੇ ਅੰਦਰ ਵੀ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਹੁਣ ਸਿੱਖ ਦੀ ਕੀ ਮਰਿਆਦਾ ਹੈ? ਗੁਰੂ ਦੀਆਂ ਵਡਿਆਈਆਂ ਨੇ, ਪਰ ਭਾਂਡਾ ਵੀ ਤੇ ਹੋਣਾ ਚਾਹੀਦਾ, ਤਾਂ ਹੀ ਵਸਤੂ ਪਏਗੀ ਵਿੱਚ ਉਹਦੇ। ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਜਿਹੜਾ ਗੁਰੂ ਦੇ ਗ੍ਰਹਿ ਗੁਰੂ ਦੀ ਆਗਿਆ 'ਚ ਸੇਵਕ ਰਹਿੰਦਾ। ਗੁਰ ਕੀ ਆਗਿਆ ਮਨ ਮੈਂ ਸਹਿ, ਗੁਰੂ ਦੀ ਆਗਿਆ ਨੂੰ ਸਵੀਕਾਰ ਕਰ ਲਿਆ। ਸਹਿ ਦਾ ਅਰਥ ਹੈ ਸਵੀਕਾਰ ਕਰ ਲੈਣਾ, ਉਹਦਾ ਵਿਸ਼ਲੇਸ਼ਣ ਨਾ ਕੀਤਾ। ਕਿਉਂਕਿ ਜਿੱਥੋਂ ਗੁਰੂ ਨੇ ਆਗਿਆ ਦਿੱਤੀ ਬੋਲਿਆ, ਸਾਨੂੰ ਨਹੀਂ ਉਹ ਕੁਝ ਦਿਸਿਆ ਜੋ ਗੁਰੂ ਨੂੰ ਦਿਸਿਆ ਹੁੰਦਾ। ਜੋ ਗੁਰੂ ਨੇ ਵੇਖ ਲੈਣਾ ਸਾਨੂੰ ਨਹੀਂ ਦਿਸਦਾ, ਅਧੂਰੇ ਆ, ਪੂਰੇ ਨਹੀਂ ਅਸੀਂ ਕਦੇ ਵੀ। ਇਸ ਵਾਸਤੇ ਸਤਿਗੁਰ ਜਿਵੇਂ ਬੱਚੇ ਨੂੰ ਨਹੀਂ ਪਤਾ, ਮਾਂ ਨੂੰ ਪਤਾ ਇਹਨੂੰ ਕੀ ਚਾਹੀਦਾ, ਇਹ ਅੱਗ ਵੱਲ ਤੁਰਦਾ, ਮਾਂ ਨੂੰ ਪਤਾ ਨਹੀਂ ਜਾਣਾ ਚਾਹੀਦਾ। ਸੋ ਇਸ ਵਾਸਤੇ ਸਤਿਗੁਰ ਨੂੰ ਪਤਾ ਹੈ। ਤੋ ਜਿਵੇਂ ਗੁਰੂ ਦਾ ਹੁਕਮ ਆ ਗਿਆ ਹੈ, ਸਿੱਖ ਨੇ ਕਬੂਲ ਕਰ ਲਈ। ਗੁਰ ਕੀ ਆਗਿਆ ਮਨ ਮੈਂ ਸਹਿ, ਭਾਵੇਂ ਅਨੁਭਵ ਬਾਣੀ ਗੁਰੂ ਦਾ ਹੈ, ਯਾਦ ਰੱਖਿਓ, ਸਾਡਾ ਅਨੁਭਵ ਨਹੀਂ ਹੈ। ਠੀਕ ਹੈ, ਕੋਈ ਰੱਬ ਦਾ ਪਿਆਰਾ ਅਨੁਭਵ ਦੇ 'ਚ ਲਿਆਉਂਦਾ, ਪਰ ਜਿੱਦਾਂ ਗੁਰੂ ਨੇ ਕਿਹਾ ਮੰਨਣਾ ਪੈਣਾ। ਭਾਵੇਂ ਸਾਡੀ ਤਾਂ ਕਰਕੇ ਸੰਸਾਰ ਦਾ ਰਿਸ਼ਤਾ ਬੁੱਧੀ ਨਾਲ ਚੱਲਦਾ ਹੈ, ਗੁਰੂ ਦਾ ਰਿਸ਼ਤਾ ਹਿਰਦੇ ਨਾਲ ਚੱਲਦਾ ਹੈ। ਇਕੱਲੇ ਬੁੱਧੀ ਦੇ ਰਿਸ਼ਤੇ ਨਹੀਂ ਚੱਲਣਗੇ ਧਰਮ ਦੇ ਜਗਤ 'ਚ। ਹਾਂ, ਸੰਸਾਰ ਦੇ ਰਿਸ਼ਤੇ ਨੇ, ਬੁੱਧੀ ਦੇ, ਦਿਮਾਗ ਦੇ ਰਿਸ਼ਤੇ। ਹਾਂ, ਦਿਮਾਗ ਦਾ ਜੇ ਰਿਸ਼ਤਾ ਚਾਹੀਦਾ ਉਹ ਕਾਰੋਬਾਰ ਦਾ ਚਾਹੀਦਾ। ਜ਼ਰੂਰ ਲਾਓ, ਦੁਕਾਨ 'ਤੇ ਦਿਮਾਗ ਲਾਓ, ਬਿਜ਼ਨਸ 'ਚ ਲਾਓ, ਪਰ ਮੈਂ ਕਹਿੰਦਾ ਪਤੀ ਪਤਨੀ ਦੇ ਰਿਸ਼ਤੇ 'ਚ ਨਾ ਦਿਮਾਗ ਬਿਠਾ ਕੇ ਬਿਆਓ, ਉਹ ਬੁੱਧੀ ਦਾ ਰਿਸ਼ਤਾ ਹੁੰਦਾ। ਤੀਸਰਾ ਰਿਸ਼ਤਾ ਹੈ ਹਿਰਦੇ ਦਾ, ਉਹ ਰਿਸ਼ਤਾ ਗੁਰੂ ਦਾ ਹੈ, ਉਹ ਰਿਸ਼ਤਾ ਵਾਹਿਗੁਰੂ ਦਾ ਹੈ। ਸਾਡਾ ਹੁਣ ਮੁਸ਼ਕਲ ਆਉਂਦੀ ਹੈ, ਅਸੀਂ ਸਾਡੇ ਸੰਸਾਰ ਰਿਸ਼ਤਿਆਂ 'ਚ ਧਨ ਚਾਹੀਦਾ, ਅਸੀਂ ਦੁਕਾਨ ਤੱਕ ਬਾਜ਼ਾਰ ਤੱਕ, ਤੇ ਅਸੀਂ ਉਹ ਰਿਸ਼ਤਿਆਂ 'ਚ ਰੱਖਿਆ ਹੋਇਆ ਹੈ। ਸਾਡੇ ਰਿਸ਼ਤਿਆਂ 'ਚ ਧਨ ਪਿਆ ਹੋਇਆ ਹੈ। ਧਨ ਚਾਹੀਦਾ ਅਸੀਂ ਦੁਕਾਨ 'ਤੇ, ਕਾਰੋਬਾਰ 'ਤੇ, ਵਪਾਰ 'ਤੇ, ਅਸੀਂ ਰਿਸ਼ਤਿਆਂ 'ਚ ਰੱਖਿਆ। ਉਹ ਧੀ ਪੁੱਤ ਦਾ ਵੀ ਰਿਸ਼ਤਾ ਤਾਂ ਕੀਤਾ ਵੀ ਧਨ ਕਿੰਨਾ ਮਿਲਣਾ। ਫਿਰ ਕਿੱਥੋਂ ਉਹ ਰਿਸ਼ਤਿਆਂ 'ਚੋਂ ਸਤ ਸੰਤੋਖ ਕਿੱਥੋਂ ਪ੍ਰਗਟ ਹੋਏਗਾ? ਰੱਖਣਾ ਨਹੀਂ ਆਇਆ, ਵਰਤਣਾ ਨਹੀਂ ਆਇਆ ਜੀਵਨ ਦੇ ਅੰਦਰ। ਤੋ ਜਿੰਨਾ ਚਿਰ ਤੱਕ ਸਾਂਝ ਹਿਰਦੇ ਦੀ ਗੁਰੂ ਨਾਲ ਨਹੀਂ ਬਣੀ, ਬੁੱਧੀ ਦਾ ਰਿਸ਼ਤਾ ਕਦੇ ਨਹੀਂ ਗੁਰੂ ਨਾਲ ਚੱਲਣਾ। ਸੱਚ ਜਾਣਿਓ, ਰੱਬ ਨਾਲ ਚੱਲਣਾ, ਪਰਮਾਤਮਾ ਬੁੱਧੀ ਦਾ ਵਿਸ਼ਾ ਹੈ ਹੀ ਨਹੀਂ, ਨਹੀਂ ਵਿਸ਼ਾ।
ਉਹ ਵਿਵੇਕ ਮਤ ਦਾ ਵਿਸ਼ਾ ਜ਼ਰੂਰ ਹੈ। ਤੋ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਇਸ ਵਾਸਤੇ ਜਿਹੜਾ ਗੁਰੂ ਦਾ ਅਨੁਭਵ ਹੈ ਉਹ ਬੜਾ ਵੱਡਾ ਹੈ। ਸਾਡੀਆਂ ਕਲਪਨਾਵਾਂ ਬੜੀਆਂ ਛੋਟੀਆਂ ਨੇ। ਤੋ ਇਸ ਵਾਸਤੇ ਆਪਣੀ ਕਲਪਨਾ ਦਾ ਤਿਆਗ ਕਰਕੇ, ਮਤ ਦਾ ਤਿਆਗ ਕਰਕੇ ਜਿਹੜਾ ਗੁਰੂ ਕਾ ਸੇਵਕ ਹੈ, ਗੁਰ ਕੀ ਆਗਿਆ ਮਨ ਮੈਂ ਸਹੈ, ਆਪਸ ਕੋ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਦ ਧਿਆਵੈ, ਆਪਣੇ ਆਪ ਨੂੰ ਨੀਵਾਂ ਰੱਖੇ, ਗਰੀਬੀ ਭਾਵ ਦੇ ਵਿੱਚ ਰੱਖੇ, ਜਣਾਏ ਨਾ ਕੁਝ, ਤੇ ਮਨੋਂ ਵੀ ਇਹ ਭਾਵ ਹੋਏ ਵੀ ਮੈਂ ਕੁਝ ਨਹੀਂ। ਮਨੋਂ ਇਸ ਗੱਲ ਨੂੰ ਕਬੂਲ ਕਰੇ, ਜ਼ੁਬਾਨ ਤੋਂ ਹੀ ਨਾ ਕਹੇ ਮੈਂ ਕੁਝ ਨਹੀਂ, ਮੈਂ ਕੁਝ ਨਹੀਂ। ਅਸਲ ਸਾਹਿਬ ਕਹਿੰਦੇ ਹਰ ਹਰ ਨਾਮ ਹਿਰਦੈ ਸਤ ਧਿਆਵੈ, ਸਦਾ ਹਿਰਦੇ 'ਚ ਉਹਦਾ ਧਿਆਨ ਧਰੇ, ਯਾਦ ਕਰੇ। ਮਨ ਵੇਚੈ ਸਤਿਗੁਰ ਕੈ ਪਾਸ, ਇੱਥੇ ਇਹ ਭੇਟਾ ਗੁਰੂ ਮੰਗਦਾ ਸਾਡੇ ਕੋਲ। ਮੁਬਾਰਕ ਹੈ ਬਾਹਰ ਦੀਆਂ ਭੇਟਾਵਾਂ। ਉਹ ਮੰਗਦਾ ਮੰਗਦਾ ਸਤਿਗੁਰੂ ਪਹੁੰਚਦਾ ਸਾਡੇ ਮਨ ਤੱਕ ਹੀ ਹੈ, ਕਿਸੇ ਵੀ ਰੂਪ ਦੇ ਅੰਦਰ। ਤੋ ਜਦੋਂ ਕੋਈ ਇੱਥੋਂ ਤੱਕ ਮਨ ਵੇਚਤਾ, ਉਹਦਾ ਬਾਹਰ ਦੀ ਹਰੇਕ ਭੇਟਾ, ਹਰੇਕ ਕਰਮ ਕਬੂਲ ਕਰ ਲੈਂਦਾ। ਉਹਦਾ ਅਰਪਣ ਪ੍ਰਵਾਨ ਹੈ ਜਿਹਨੇ ਗੁਰੂ ਨੂੰ ਸਮਰਪਣ ਕੀਤਾ ਹੈ। ਸਮਰਪਣ ਮਨ ਦਾ ਹੁੰਦਾ ਹੈ, ਅਰਪਣ ਤਨ ਦਾ ਹੁੰਦਾ ਹੈ। ਤਨ ਅਰਪਣ ਹੁੰਦਾ ਹੈ, ਰੁਮਾਲਾ ਅਰਪਣ ਹੋਇਆ, ਫੁੱਲ ਅਰਪਣ ਹੋਏ। ਸਮਰਪਣ ਮਨ ਦਾ ਹੁੰਦਾ ਹੈ। ਇਹੀ ਤੇ ਸਾਹਿਬ ਨੇ ਸ਼੍ਰੀਲੰਕਾ ਦੇ ਰਾਜੇ ਸ਼ਿਵਨਾਭ ਨੂੰ ਕਿਹਾ ਸੀ, ਸੱਚੇ ਪਾਤਸ਼ਾਹ ਹਾਥੀ ਲੈ ਲਓ, ਮਹਿਲ ਤੁਹਾਡਾ ਹੈ, ਨੌਕਰ ਚਾਕਰ ਤੁਹਾਡੀ ਸੇਵਾ ਚਾਹੁੰਣਗੇ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਰਾਜਨ ਉਹ ਦੇ ਜਿਹੜਾ ਤੇਰਾ ਆਪਣਾ ਹੈ। ਸਤਿਗੁਰੂ ਉਹ ਕੀ ਹੈ? ਸਾਹਿਬ ਕਹਿੰਦੇ ਤੇਰਾ ਮਨ ਹੈ। ਗੁਰੂ ਭੇਟਾ ਕਬੂਲ ਕਰਦਾ ਹੈ ਮਨ ਦੀ, ਤੇ ਬੜਾ ਔਖਾ ਹੈ ਥੋੜ੍ਹਾ ਜਿਹਾ, ਇਹ ਔਖੀ ਗੱਲ ਹੈ ਥੋੜ੍ਹੀ ਜਿਹੀ। ਫਿਰ ਉੱਥੇ ਸਾਡੀ ਮਰਜ਼ੀ ਨਹੀਂ ਰਹਿ ਜਾਂਦੀ। ਗੁਰਦੇਵ ਕਹਿੰਦੇ ਜਿਹਨੇ ਇਹ ਕਬੂਲ ਕੀਤਾ ਜੀਵਨ ਦੇ ਅੰਦਰ, ਫਿਰ ਵਾਕਿਆ ਹੀ ਉਹਦੇ ਜੀਵਨ ਦਾ ਹਰੇਕ ਕਾਜ ਹੀ ਰਾਸ ਹੋ ਜਾਂਦਾ ਹੈ, ਕਿਉਂਕਿ ਉੱਥੇ ਗੁਰੂ ਦੀ ਮਤ ਹੀ ਵਰਤੇਗੀ। ਮਨ ਵੇਚੈ ਸਤਿਗੁਰ ਕੈ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਉਹਦਾ ਹਰੇਕ ਕਾਰਜ ਰਾਸ ਹੋਇਆ। ਕਿਉਂ ਰਾਸ ਹੋਇਆ? ਕਿਉਂਕਿ ਹਰੇਕ ਕਾਰਜ ਦੇ ਵਿੱਚ ਫਿਰ ਗੁਰੂ ਹੀ ਵਰਤਿਆ ਨਾ, ਕਿਉਂਕਿ ਉਹਨੇ ਆਪਣਾ ਮਨ ਤੇ ਗੁਰੂ ਨੂੰ ਭੇਟ ਕਰ ਦਿੱਤਾ। ਇਸ ਵਾਸਤੇ ਫਿਰ ਹਰੇਕ ਕਾਰਜ ਵਿੱਚ ਜਿਹੜੀ ਮੱਤ ਲੱਗੀ ਹੈ ਉਹ ਗੁਰੂ ਦੀ ਲੱਗੀ ਹੈ, ਅਤੇ ਉਹਦੇ 'ਚੋਂ ਫਿਰ ਰਾਸ ਸਫਲਤਾ ਜ਼ਰੂਰ ਪ੍ਰਾਪਤ ਹੁੰਦੀ ਹੈ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਜਿਹਨੇ ਸੇਵਾ ਕੀਤੀ ਕਰਕੇ ਭੁੱਲ ਗਿਆ, ਬਹੁਤ ਵੱਡਾ ਸ਼ਬਦ ਹੈ ਨਿਹਕਾਮੀ, ਬਹੁਤ ਵੱਡਾ। ਨਿਸ਼ਕਾਮਤਾ ਸ਼ਬਦ ਬਹੁਤ ਹੀ ਨਿਰਮਲ ਹੈ, ਜਿੱਥੇ ਅਰਥ ਹੈ ਕੋਈ ਕਾਮਨਾ ਨਹੀਂ ਰਹਿ ਗਈ। ਨਿਸ਼ਕਾਮ, ਕੋਈ ਪਤਾ ਹੀ ਨਹੀਂ ਲੱਗਾ ਰੱਬ ਦੇ ਪਿਆਰੇ ਨੂੰ ਵੀ ਕੰਮ ਮੈਂ ਕੀਤਾ ਹੈ। ਤੇ ਮੇਰੇ ਵਰਗਾ ਨਿਸ਼ਕਾਮ ਕਥਾ ਕਰਨ ਤੋਂ ਪਹਿਲੋਂ ਵੀ ਕਹਿ ਦਿੰਦਾ ਵੀ ਦਾਸ ਭੇਟਾ ਨਹੀਂ ਲੈਂਦਾ। ਉਹਨੇ ਕਥਾ ਕਰਦਿਆਂ ਵੀ ਕਹਿ ਦੇਣਾ, ਬਾਅਦ 'ਚ ਵੀ ਕਹਿ ਦੇਣਾ, ਫਿਰ ਇਹ ਨਿਸ਼ਕਾਮਤਾ ਨਹੀਂ ਹੋਈ। ਜਿਹੜਾ ਮਾਣ ਹੋ ਗਿਆ ਨਾ ਤਿਆਗ ਦਾ, ਉਹ ਜ਼ਿਆਦਾ ਕਈ ਵਾਰ ਖਤਰਨਾਕ ਹੋ ਜਾਂਦਾ। ਨਿਸ਼ਕਾਮ ਹੈ ਸੂਰਜ, ਨਿਸ਼ਕਾਮ ਇਹਨੂੰ ਕਹਿਣ ਦੀ ਲੋੜ ਨਹੀਂ। ਕਦੇ ਸੂਰਜ ਨੇ ਕਿਹਾ ਵੀ ਮੈਂ ਨਿਸ਼ਕਾਮ ਹਾਂ? ਆ ਧਰਤੀ ਨਿਸ਼ਕਾਮ ਹੈ? ਕਦੇ ਕਿਹਾ ਉਹਨੇ ਵੀ ਮੈਂ ਤੁਹਾਨੂੰ ਕਣਕ ਦਿੱਤੀ ਹੈ, ਮੈਂ ਤੁਹਾਨੂੰ ਝੋਨਾ ਦਿੱਤਾ ਹੈ, ਮੈਂ ਤੁਹਾਨੂੰ ਮਕਈ ਦਿੱਤੀ? ਜਿਹੜਾ ਨਿਸ਼ਕਾਮ ਹੁੰਦਾ ਉਹਨੂੰ ਕਹਿਣ ਦੀ ਲੋੜ ਨਹੀਂ ਪੈਂਦੀ। ਪਰਮਾਤਮਾ ਨਿਸ਼ਕਾਮ ਹੈ। ਕਦੇ ਲੇਬਲ ਲਾਇਆ ਸਾਡੇ ਮੱਥੇ ਤੇ ਰੱਬ ਨੇ? ਨਹੀਂ। ਤੇ ਜਿੱਥੇ ਆ ਜਾਏ ਨਾ ਵੀ ਮੈਂ ਨਿਸ਼ਕਾਮ ਹੈ, ਸਮਝ ਲਓ ਉੱਥੇ ਨਿਸ਼ਕਾਮਤਾ ਨਹੀਂ ਰਹਿ ਗਈ। ਦੂਰ ਦੂਰ ਦਾ ਵਾਸਤਾ ਨਹੀਂ ਰਹਿ ਜਾਣਾ ਨਿਸ਼ਕਾਮਤਾ ਦਾ ਉਹਦੇ ਨਾਲ। ਤੇ 10-50 ਰੁਪਏ ਨਾ ਲੈਣ ਵਾਲਾ ਨਿਸ਼ਕਾਮ ਨਹੀਂ ਇਸ ਘਰ 'ਚ। ਇਹ ਨਾ ਕੋਈ ਕਹੇ ਵੀ ਮੈਂ ਆਟਾ ਨਹੀਂ ਮੰਗਦਾ ਤੇ ਮੈਂ ਪੈਸੇ ਨਹੀਂ ਮੰਗਦਾ। ਇੱਦਾਂ ਤੇ ਫਿਰ ਭਗਤ ਕਬੀਰ ਕਹਿ ਰਹੇ ਨੇ, ਰੱਬਾ ਮੈਨੂੰ 2 ਕਿਲੋ ਆਟਾ ਦੇ ਦੇ, ਦੋਏ ਸਿਰ ਮੰਗੋ ਚੂਨਾ, ਪਾਓ ਘਿਓ ਸੰਗ ਲੂਨਾ, ਅੱਧ ਸਿਰ ਮੰਗੋ ਦਾਲੇ, ਮੋਕੋ ਦੋਨੋਂ ਵਕਤ ਜਵਾਲੇ। ਕੀ ਭਗਤ ਕਬੀਰ ਜੀ ਨਿਸ਼ਕਾਮ ਨਹੀਂ ਹੈ? ਕਿ ਬਾਬਾ ਧੰਨਾ ਜੀ ਨਿਸ਼ਕਾਮ ਨਹੀਂ ਹੋਏ? ਪਰ ਮੰਗਿਆ ਉਹਨਾਂ ਨੇ।
तो गुरमुखो इस वास्ते जिहड़ी निष्कामता है ये बड़ी वो निर्मल अवस्था है जिथे कोई बोध ही ना रह जाए भी मैं कुछ दिता है, मैं कुछ कीता है। तो गुरुदेव कहते जेड़ा गुरु का प्यारा सिख सेवा करत होए निकामे, कोई दावा नहीं, कोई होंद नहीं, तिसको होत प्राप्त स्वामी। फिर मालिक ओदे नाल है, सदीवी है, काहूँ फल की इच्छा नहीं बांछै। जेड़े रब दे प्यारियां नूं कोई इच्छा नहीं। अपनी किरपा जिसे आप करे, नानक सो सेवक गुर की मत ले। साहब कहते जेदे ते मालिक तू अपनी किरपा करदा है, वो सेवक गुरु दी मत लै लैंदा है। 20 बिसवे गुर का मन मानै, सो सेवक परमेश्वर की गत जानै। 20 बिसवे भाव पूर्ण तौर ते, जिवें आपां कहने 16 आने सच है गल, क्योंकि पुराने समय च ये प्रतीक हुंदे सी। जिवें अज आपां कहने 100% भाव पूर्ण तौर ते, इस तरह 20 बिसवे भाव पूर्ण तौर ते। ये वैसे बिसवा शब्द जमीन दे मापण नाल संबंधित है। खास तौर ते शब्द वैसे यूपी जां हरियाणे च वरत्या जांदा है। आपां वखरे रूप अंदर कई बार कहदा कहण तो भाव 20 बिसवे पूर्ण तौर ते, मुकम्मल तौर ते आपां कह लईए। सो 20 बिसवे गुर का मन माने, पूर्ण तौर ते गुरु नूं मन मन जाए, पूर्ण तौर ते सो सेवक परमेश्वर की गत जाने। फिर वो रब दा रूप ही हो जाता है। जिन्हें 100% गुरु नूं मान लिया, फिर वो सेवक थोड़ा रह गया, वो लैना लैना नहीं रह गया। वो धन धन गुरु अंगद देव जी बन गए। जिन्हें 20 बिसवे मान लिया, फिर कला बाबा गुरदित्ता जी का पुत्र नहीं रह गया गुरु हर राय साहब। अज पुरब है गुरु हरगोबिंद साहब ज्योति जो समाए। पूर्ण तौर ते मन मन गया, फिर वो रिश्ता संसारी नहीं रह गया कला। धन धन श्री गुरु हर राय साहब जी बन गए। सो साहब कहते हो फिर परमेश्वर की गत जाना। कौन जानदा है गत? गुरु जानदा है। गुरु वर्गा ही हो गया। सो सतगुर जिस हृदय हर नाम, सतगुर है जिहदे हिरदे च नाम है। साहब ने कहा सी गुरु दा हिरदा, गुरु दा शब्द जाणिओ। ते गुरु दे शब्द विच की है? नाम है, रब्बी महिमा है, जीवन है। तो साहब कहते अनक बार गुरु को बल जाऊं, मैं एक बार नहीं कई बार अपने गुरु तो बलहार जावां। सर्व निधान जी का दाता, सारे खजाने जिहदे कोल निदान खजाने, वरचू परमात्मा दे गुण। गुरु कोल किहड़े खजाने ने? परमात्मा दे गुणां दे खजाने ने। आ गुरु आनंद दा खजाना है, गुरु दया दा खजाना है, गुरु नाम दा खजाना है, गुरु सच दा खजाना है। सो सारे सर्व निदान जी का दाता, सारे खजानियां दा जीवन दा दाता है गुरु। 8 पहर पार ब्रह्म रंग राता, 8 पैर सदा ही ओहदे समाया है गुरु। गुरु दी लिव नहीं कदे टुटी। सदा ये नहीं भी तत्ती तवी ते बैठ के गुरु अर्जुन देव जी ने शांति रखी है, सबर रखे। सारा जीवन ही शांति दे पुंज, सारा जीवन ही उसे रजा च, उसे नाम दे विच गुरु लीन रहिंदा है। पार ब्रह्म रंग राता, रब दे प्यार विच रता रहिंदा है। पार ब्रह्म जिहड़ा समर्थ मालिक है। ब्रह्म है जन, जन मैं पार ब्रह्म, एक है आप नहीं कछ परम। गुरुदेव कहंदे ब्रह्म है, उहदे च जन समाया। जन दे विचों ब्रह्म बोलदा है, ते दोनां च कोई भरम नहीं है। साहब कहंदे एक है आप नहीं कछ परम, कोई वखरेवा नहीं हो सकता। सहस सियाणप लया ना जाइए, नानक ऐसा गुर बड़ भागी पाइए। जिहड़ा गुरु जन है ब्रह्म दा, जिस गुरु चों रब बोलदा है, आपां कह लईए कौन प्रगट होया गुरु चों? बदलां चों कौन प्रगट होया?
ਸਮੁੰਦਰ ਹੀ ਪ੍ਰਗਟ ਹੋਇਆ ਹੈ। ਗੁਰੂ ਚੋਂ ਕੌਣ ਪ੍ਰਗਟ ਹੁੰਦਾ ਹੈ? ਮਾਲਕ। ਕਿਰਨਾਂ ਚੋਂ ਕੌਣ ਪ੍ਰਗਟ ਹੁੰਦਾ ਹੈ? ਸੂਰਜ। ਗੁਰੂ ਚੋਂ ਕੌਣ ਪ੍ਰਗਟ ਹੋਇਆ? ਸਾਹਿਬ ਕਹਿੰਦੇ ਮਾਲਕ ਵਾਹਿਗੁਰੂ। ਬਾਣੀ ਜਦੋਂ ਗੁਰੂ ਬੋਲੇ, ਆ ਗੁਰੂ ਦੀ ਬਾਣੀ ਦਾ ਕੋਈ ਸ਼ਬਦ ਪੜ੍ਹ ਲਿਓ, ਕਿਹਦਾ ਪ੍ਰਗਟਾਵਾ ਹੁੰਦਾ ਹੈ? ਬ੍ਰਹਮ ਦਾ ਹੁੰਦਾ ਹੈ ਨਾ, ਸੱਚ ਦਾ ਹੁੰਦਾ ਹੈ ਨਾ, ਸਾਹਿਬ ਆਖਦੇ ਨੇ। ਸੋ ਜਿਹੜਾ ਨਾਨਕ ਐਸਾ ਗੁਰ ਵਡਭਾਗੀ ਪਾਈਐ, ਵੱਡੇ ਭਾਗਾਂ ਨਾਲ ਮਿਲਦਾ ਹੈ। ਸਿਆਸ ਸਿਆਣਪ ਲਿਆ ਨਾ ਜਾਈਐ। ਗੁਰਦੇਵ ਜੀ ਕਹਿੰਦੇ ਜਿਹਨੂੰ ਕਿਸੇ ਸਿਆਣਪਾਂ ਨਾਲ, ਕਲਪਨਾਵਾਂ ਨਾਲ ਪਕੜਿਆ ਨਹੀਂ ਜਾ ਸਕਦਾ। ਗੁਰੂ ਕਲਪਨਾ ਦਾ ਵਿਸ਼ਾ ਨਹੀਂ ਹੈ, ਗੁਰੂ ਅਨੁਭਵ ਦਾ ਵਿਸ਼ਾ ਹੈ। ਗੁਰੂ ਜਾਣਕਾਰੀ ਦਾ ਵਿਸ਼ਾ ਨਹੀਂ ਹੈ, ਰੱਬ ਪਰਮਾਤਮਾ ਉਹ ਅਨੁਭਵ ਦਾ ਵਿਸ਼ਾ ਹੈ। ਤੋ ਸਾਹਿਬ ਅੱਗੇ ਆਖਦੇ ਨੇ ਕੀ ਕੁਝ ਮਿਲਿਆ ਗੁਰੂ ਦੇ ਦੀਦਾਰ ਚੋਂ? ਸਫਲ ਦਰਸ਼ਨ ਪੇਖਤ ਪੁਨੀਤ। ਪੁਨੀਤ ਦਾ ਅਰਥ ਹੈ ਜਿੱਥੇ ਮੈਲ ਨਾ ਰਹਿ ਜਾਏ, ਉਹਨੂੰ ਕਿਹਾ ਜਾਂਦਾ ਹੈ ਪੁਨੀਤ, ਬਿਲਕੁਲ ਸ਼ੁੱਧ। ਭਾਈ ਗੁਰਦਾਸ ਜੀ ਕਹਿੰਦੇ ਇੱਕ ਧੋਬੀ ਜੈਸੇ ਧੋਬੀ ਸਾਬਣ ਲਗਾਏ ਪੀਟੈ ਪਾਥਰ ਸੈ, ਨਿਰਮਲ ਕਰਤ ਹੈ ਵਸਨ ਮਲੀਨ ਕੋ। ਭਾਈ ਗੁਰਦਾਸ ਜੀ ਕਹਿੰਦੇ ਇੱਕ ਧੋਬੀ ਕੱਪੜਿਆਂ ਨੂੰ ਰਗੜਦਾ ਹੈ, ਕੁੱਟਦਾ ਹੈ, ਲੋਕੀ ਸਮਝਦੇ ਹੋਣਗੇ ਵੀ ਕੱਪੜਿਆਂ ਦਾ ਵੈਰੀ ਹੈ, ਪਰ ਨਹੀਂ। ਧੋਬੀ ਚਾਹੁੰਦਾ ਹੈ ਵੀ ਉਹਦੀ ਮੈਲ ਨਿਕਲ ਜਾਏ, ਫਿਰ ਇਹ ਮਾਲਕ ਦੇ ਗਲ ਦਾ ਸ਼ਿੰਗਾਰ ਬਣ ਜਾਏ, ਕਿਉਂਕਿ ਮੈਲ ਵਿਛੋੜਾ ਹੈ। ਯਾਦ ਰੱਖਿਓ, ਮੈਂ ਕਈ ਵਾਰ ਬੇਨਤੀ ਕੀਤੀ, ਮੈਲ ਦੋ ਕੰਮ ਕਰਦੀ ਹੈ, ਕਦੇ ਨਾ ਭੁੱਲਿਓ। ਇੱਕ ਮੈਲ ਵਿਛੋੜਾ ਪੈਦਾ ਕਰਦੀ ਹੈ, ਇੱਕ ਮੈਲ ਪਛਾਣ ਭੁਲਾ ਦਿੰਦੀ ਹੈ। ਉਹਦੇ ਚੋਂ ਪਛਾਣ ਭੁੱਲ ਜਾਂਦੀ ਹੈ। ਕੋਈ ਚੀਜ਼ ਪਈ ਰਹੇ, ਉਹਦੇ ਤੇ ਪਰਤ ਜੰਮਦੀ ਰਹੇ, ਧੂੜਦੀ, ਫਿਰ ਇੱਕ ਦਿਨ ਪਤਾ ਨਹੀਂ ਲੱਗਦਾ ਥੱਲੇ ਕੀ ਪਿਆ ਹੈ। ਤੇ ਮੈਲ ਵਿਛੋੜਾ ਪੈਦਾ ਕਰਦੀ ਹੈ। ਇਸੇ ਤਰ੍ਹਾਂ ਗੁਰਦੇਵ ਕਹਿੰਦੇ ਜਿਹੜੀ ਅੰਦਰ ਦੀ ਮੈਲ ਹੈ ਨਾ, ਕਿਹੜੀ ਮੈਲ ਹੈ ਸਾਡੇ ਕੋਲ? ਅੱਜ ਕੱਲ੍ਹ ਤਨ ਦੇ ਤੇ ਸ਼ੈਂਪੂ ਸਾਬਣ ਬੜੇ ਆ ਗਏ ਸਾਡੇ ਕੋਲ। ਅੱਜ ਕੱਲ੍ਹ ਬੜੇ ਐਸੇ ਸਾਡੇ ਕੋਲ ਸਾਧਨ ਆ ਗਏ ਕੀਟਾਣੂ ਮਾਰਨ ਦੇ, ਪਰ ਅੰਦਰ ਦੀ ਮੈਲ ਥੋੜ੍ਹਾ ਮਰੀ ਉਹਨਾਂ ਨਾਲ। ਕਿਹਦੇ ਨਾਲ ਮੈਲੇ ਹੋਏ ਆ? ਮਨ ਕਰਕੇ। ਮਨ ਕਿਉਂ ਮੈਲਾ ਹੋਇਆ? ਵਿਚਾਰਾਂ ਕਰਕੇ। ਵਿਚਾਰਾਂ ਕਿਹੜੀਆਂ ਹੋਣਗੀਆਂ? ਕਾਮ ਦੀ, ਲੋਭ ਦੀ, ਹੰਕਾਰ ਦੀ, ਈਰਖਾ ਦੀ। ਉਹ ਮਲੀਨਤਾ ਹੈ, ਉਹ ਮਲੀਨਤਾ ਹੈ। ਜਿਹਨੂੰ ਗੁਰੂ ਤੋਂ ਬਿਨਾਂ, ਬਾਣੀ ਤੋਂ ਬਿਨਾਂ, ਨਾਮ ਤੋਂ ਬਿਨਾਂ ਧੋਤਾ ਨਹੀਂ ਜਾ ਸਕਦਾ ਕਦੇ ਵੀ। ਬੰਦਾ ਕਿੰਨਾ ਵੀ ਯਤਨ ਕਰ ਲਿਆ ਆਪਣੇ ਤੌਰ ਤੇ। ਤੋ ਜਿੱਥੇ ਜਿਹੜੀ ਮਲੀਨਤਾ ਸੀ, ਜਿਹਨੇ ਇੱਕ ਤੇ ਵਿਛੋੜਾ ਪੈਦਾ ਕੀਤਾ, ਇੱਕ ਪਛਾਣ ਭੁਲਾ ਦਿੱਤੀ, ਗੁਰੂ ਨੇ ਪੁਨੀਤ ਕਰ ਦਿੱਤਾ। ਸਫਲ ਦਰਸ਼ਨ ਪੇਖਤ ਪੁਨੀਤ। ਜਦੋਂ ਗੁਰੂ ਦਾ ਦੀਦਾਰ ਹੋਇਆ, ਸਫਲ ਫਲ ਸਹਿਤ, ਵਿਰਥਾ ਨਹੀਂ ਜਾਂਦਾ। ਕੋਈ ਦਰਸ਼ਨ ਕਰੇ ਗੁਰੂ ਦਾ, ਬਾਣੀ ਰਾਹੀਂ, ਵਿਚਾਰ ਰਾਹੀਂ, ਪਾਠ ਰਾਹੀਂ, ਨਿਤਨੇਮ ਰਾਹੀਂ, ਸਹਿਜ ਪਾਠ ਰਾਹੀਂ, ਕੀਰਤਨ ਰਾਹੀਂ, ਕਿੱਦਾਂ ਵੀ ਤੁਸੀਂ ਵੇਖਿਓ ਅੰਦਰ ਦੀ ਪਵਿੱਤਰਤਾ ਪ੍ਰਾਪਤ ਹੁੰਦੀ ਹੈ ਗੁਰੂ ਸ਼ਬਦ ਚੋਂ। ਜਿਵੇਂ ਇੱਕ ਭਾਈ ਗੁਰਦਾਸ ਜੀ ਕਹਿੰਦੇ ਧੋਬੀ ਕੱਪੜਿਆਂ ਦੀ ਮੈਲ ਲਾ ਕੇ ਫਿਰ ਨਿਰਮਲ ਕਰ ਦਿੰਦਾ ਹੈ, ਇੱਕ ਸੁਨਿਆਰਾ ਗਹਿਣੇ ਦੀ ਮੈਲ ਲਾ ਕੇ ਫਿਰ ਕਿਸੇ ਤਨ ਦਾ ਸ਼ਿੰਗਾਰ ਬਣਾ ਦਿੰਦਾ ਹੈ। ਗੁਰੂ ਇਸੇ ਤਰ੍ਹਾਂ ਕਰਮਾਂ, ਮਨ ਬਚ ਕਰਮ ਦੀ ਮੈਲ ਲਾ ਕੇ ਫਿਰ ਸਾਨੂੰ ਰੱਬ ਵਰਗੇ ਬਣਾ ਦਿੰਦਾ। ਤੋ ਸਾਹਿਬ ਕਹਿੰਦੇ ਪਰਸਤ ਚਰਨ ਗਤ ਨਿਰਮਲ ਰੀਤ। ਜਿਨ੍ਹਾਂ ਨੇ ਚਰਨ ਸਪਰਸ਼ ਕੀਤੇ, ਗੁਰੂ ਦੀ ਛੋਹ ਉਪਦੇਸ਼ ਦੀ ਪ੍ਰਾਪਤ ਕੀਤੀ, ਗਤ ਉੱਚੀ ਅਵਸਥਾ, ਨਿਰਮਲ ਰੀਤ, ਮਰਿਆਦਾ ਬੜੀ ਸੋਹਣੀ, ਭੇਟਤ ਸੰਗ ਰਾਮ ਗੁਣ ਰਵੇ, ਪਾਰ ਬ੍ਰਹਮ ਕੀ ਦਰਗਾਹ ਗਵੇ। ਗੁਰੂ ਨੂੰ ਮਿਲ ਕੇ ਮਾਲਕ ਦੇ ਗੁਣਾਂ ਦੇ ਵਿੱਚ ਇੱਕਮਿਕ ਹੋ ਗਏ, ਰਸਨਾ ਤੋਂ ਸਦਾ ਉਹਦੇ ਗੁਣ ਕਹੇ, ਉਹਦੀ ਦਰਗਾਹ ਦੇ ਅੰਦਰ ਪ੍ਰਵਾਨਗੀ ਮਿਲੀ। ਸੁਣ ਕਰ ਬਚਨ ਕਰਨ ਆਗਾਨੇ। ਗੁਰੂ ਦੇ ਬਚਨ ਸੁਣ ਕੇ ਕੰਨ ਤ੍ਰਿਪਤ ਹੋ ਜਾਂਦੇ ਨੇ। ਮਨ ਸੰਤੋਖ ਆਤਮ ਪਤਿਆਨੇ। ਗੁਰੂ ਦਾ ਬਚਨ ਸੁਣਿਆ, ਮਨ 'ਚ ਸੰਤੋਖ ਆ ਗਿਆ। ਮਨਾ ਕੋਈ ਗੱਲ ਨਹੀਂ, ਰੱਬ ਦਾ ਸ਼ੁਕਰ ਕਰ। ਪਤਿਆਨੇ, ਪਤੀਜ ਗਿਆ ਮਨ ਉਹਦੇ ਭਾਣੇ, ਉਹਦੀ ਰਜਾ ਦੇ ਅੰਦਰ। ਤੇ ਗੁਰਦੇਵ ਕਹਿਣ ਲੱਗੇ ਪੂਰਾ ਗੁਰ ਅਖਿਓ ਜਾ ਕਾ ਮੰਤਰ। ਅਖਿਓ ਦਾ ਅਰਥ ਹੈ ਜਿਹੜਾ ਖਿਰਦਾ ਨਹੀਂ,
ਜਿਹਨੂੰ ਖਤਮ ਨਾ ਕੀਤਾ ਜਾ ਸਕੇ। ਗਿਆਨ ਦੇ ਗਵਾਚਣ ਦੀ ਕੋਈ ਗੁੰਜਾਇਸ਼ ਨਹੀਂ ਹੁੰਦੀ। ਤੁਹਾਡੇ ਕੋਲੋਂ ਤੁਹਾਡਾ ਅਨੁਭਵ ਨਹੀਂ ਕੋਈ ਖੋ ਸਕਦਾ। ਜਿਹੜਾ ਵੀ ਅਨੁਭਵ ਹੈ, ਕੱਪੜੇ ਖੋਲੇ, ਧਨ ਖੋਲਿਆ, ਕਿਤਾਬਾਂ ਖੋਲੀਆਂ, ਚੀਜ਼ਾਂ ਖੋਲੀਆਂ, ਅਨੁਭਵ ਨਹੀਂ ਖੋਇਆ ਜਾ ਸਕਦਾ ਕਦੇ ਵੀ। ਤੋ ਸਾਹਿਬ ਜੀ ਕਹਿੰਦੇ ਗੁਰੂ ਦਾ ਬਚਨ ਹੈ, ਗੁਰੂ ਦਾ ਉਪਦੇਸ਼ ਹੈ। ਅਖਿਓ ਪੂਰਾ ਗੁਰ ਅਖਿਓ ਜਾ ਕਾ ਮੰਤਰ, ਜਿਹਦਾ ਉਪਦੇਸ਼ ਪੂਰਾ ਹੈ, ਕੋਈ ਚੈਲੰਜ ਨਹੀਂ ਕਰ ਸਕਦਾ ਬਾਣੀ ਨੂੰ। ਵਿਗਿਆਨ ਜਿੰਨੀ ਤਰੱਕੀ ਕਰੇਗਾ, ਬਾਣੀ ਸਮਝਣੀ ਉਨੀ ਸੌਖੀ ਹੋ ਜਾਣੀ ਹੈ। ਉਨਾ ਹੀ ਗੁਰੂ ਨਾਨਕ ਦਾ ਅਨੁਭਵ ਗੂੜਾ ਦੁਨੀਆ ਦੇ ਸਾਹਮਣੇ ਆਏਗਾ। ਅਖਿਓ ਮੰਤਰ ਹੈ ਗੁਰੂ ਦਾ। ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ, ਹਾਂ ਗੁਰੂ ਦੀ ਅੰਮ੍ਰਿਤ ਦ੍ਰਿਸ਼ਟੀ। ਗੁਰਦੇਵ ਕਹਿੰਦੇ ਜੇ